ਮੇਲ ਹੋ ਦਿਆਲ ਟੈ ਪੈ ਦੁਆਰਿਆ ਰੱਖ ਲੈਵੋ ਦੀਨ ਦਿਆਲ ਭਰਮਤ ਬਹੁ ਹਾਰਿਆ ਭਗਤ ਵਛਨ ਤੇਰਾ ਬਿਰਦ ਹਰ ਪਤਤ ਉਧਾਰਿਆ ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ ਕਰ ਗਲਿਓ ਦਿਆਲ ਸਾਗਰ ਸੰਸਾਰਿਆ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈਓ ਹੋ ਪਾਪੀ ਬੜ ਗੁਨਹਗਾਰ ਹਰ ਜਿਉ ਲੇਖੈ ਵਾਰ ਨ ਆਵੇ ਤੂੰ ਬਖਸ਼ ਮਿਲਾਵਨਹਾਰ ਦਰਮਾਦੇ ਠਾਡੇ ਦਰਬਾਰ ਤੁਧ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਤੁਮ ਤਨ ਤਨੇ ਉਦਾਰ ਤਿਆਗੀ ਸਰਣ ਸੁਣ ਜਸ ਤੁਮਾਰ ਮੰਗੋ ਕਾਹੇ ਅੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਜੋ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਖ ਨਾ ਬਾਰ ਕੁਚਲ ਕਠੋਰ ਕਪਟ ਕਾਮੀ ਜੋ ਜਾਣੈ ਤਿਉ ਤਾਰ ਸੁਆਮੀ ਤੂੰ ਸਮਰੱਥ ਸੰਜੋਗ ਤੂੰ ਰਾਖੈ ਆਪਣੀ ਕਰ ਧਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਵੇ ਛਟਕਾ ਗਰਤ ਕੋਰ ਅੰਤੇ ਕੱਢੋ ਪ੍ਰਭ ਨਾਨਕ ਨਦਰ ਨਿਹਾਰ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈਓ ਹਉ ਪਾਪੀ ਗੁਨਹਗਾਰ ਕਾਗਦ ਲੇਖਾ ਜੋ ਕਰੋ ਕਹਾ ਪੁਜਾਵੋ ਨਾਥ ਅਵਗੁਣ ਹਮਾਰੇ ਬਖਸ਼ੀਏ ਮਾਥੈ ਧਰ ਕੇ ਹਾਥ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਵਡ ਭਾਗੀ ਮਰਹਿ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ ਗੁਰਪੂਰਾ ਭੇਟਿਓ ਵਡ ਭਾਗੀ ਮਨ ਹੈ ਭਇਆ ਪਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਣੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ
ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਵਡ ਭਾਗੀ ਮਨ ਹੈ ਭਇਆ ਪਰਗਾਸਾ। ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔ ਨਵਾਜੀ ਪਰਮ ਪੂਰ ਸਨਮਾਨਯੋਗ ਖਾਲਸਾ ਸਾਧ ਸੰਗਤ ਜੀਓ। ਅਕਾਲ ਪੁਰਖ ਅੰਤਰਜਾਮੀ ਪਰਮਾਤਮਾ ਦੀ ਰਹਿਮ ਦਾ ਸਦਕਾ ਦੂਰ ਨੇੜੇ ਆਪਾਂ ਰਲ ਮਿਲ ਕੇ ਭੈਣ ਭਰਾ ਸੰਗਤਾਂ ਨਗਰ ਵਾਸਤੇ ਦੂਰ ਤੋਂ ਵੀ ਇੱਕ ਉੱਚ ਮਹਾਨ ਵਿਅਕਤੀ ਬਹੁਤ ਵੱਡੇ ਸ਼੍ਰੀਮਾਨ ਸੰਤ ਗਿਆਨੀ ਗੁਰਬਖਸ਼ ਸਿੰਘ ਖਾਲਸਾ ਉਹਨਾਂ ਦੀ ਸਾਲਾਨਾ ਬਰਸੇ ਨੂੰ ਮੁੱਖ ਰੱਖਦਿਆਂ ਹੋਇਆਂ ਰਸ ਪੈਨਾ ਕੀਰਤਨ ਤੋਂ ਲਾਭ ਲਿਆ। ਪਹਿਲਾਂ ਸਹਿਜ ਪਾਠ ਦੇ ਭੋਗ ਪਏ ਹਨ। ਉੱਚ ਵਿਅਕਤੀ ਕਲਗੀਧਰ ਸੱਚੇ ਪਾਤਸ਼ਾਹ ਜੀ ਜਿਵੇਂ 8 ਮਹੀਨੇ ਹੋ ਗਏ ਅਨੰਦਪੁਰ ਸਾਹਿਬ ਘੇਰੇ ਪਏ ਨੂੰ ਕਲਗੀਧਰ ਜੀ ਜਿੱਤ ਪ੍ਰਾਪਤ ਕਰਕੇ ਮੁਕਤਸਰ ਦਾ ਵੀ ਜੰਗ ਜਿੱਤ ਕੇ ਬਾਲਵੇ ਨੂੰ ਭਾਗ ਲਾ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਗੁਰਦੁਆਰਾ ਜੱਟਪੁਰਾ ਬਣਿਆ ਹੋਇਆ ਜੱਟਪੁਰਾ ਗੁਰਦੁਆਰਾ ਜਿੱਥੇ ਕਿ ਮਹਾਂਪੁਰਖ ਸੰਤ ਜੈਬ ਸਿੰਘ ਨੇ ਬੜੀ ਸੇਵਾ ਕਰਾਈ ਹੈ। ਉਹ ਥਾਂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ 10 ਦਿਨ ਠਹਿਰੇ ਸਨ। ਉੱਥੋਂ ਤੋਂ ਵਿਚਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਖਾੜਾ ਇਹ ਤਾਂ ਪੁਰਾਤਨ ਇਤਿਹਾਸ ਦੱਸਦਾ ਹੈ। ਇਹਨੂੰ ਖਾੜਾ ਕਿਉਂ ਕਹਿੰਦੇ ਹੈ? ਇੱਥੇ ਪਾਂਡਵ ਹੋਏ ਨਾ, ਪਾਂਡਵ ਅਜਨੋਕ ਸਹਿਦੇਵ ਆਦਿ ਇੱਥੇ ਵਰਜਿਸ਼ ਕਰਦੇ ਰਹੇ ਹਨ, ਕੁਸ਼ਤੀਆਂ ਲਾਉਂਦੇ ਰਹੇ ਹਨ ਔਰ ਕ੍ਰੀਚਕ ਦਾ ਵੀ ਭੀਮਸੈਨ ਦਾ ਵੀ ਦੁਰਵਤਾਂ ਦੇ ਬਹੁਤ ਹੋਣ ਤੋਂ ਕ੍ਰੀਚਕ ਨੂੰ ਇਹ ਵਿਰਾਟ ਰਾਜ ਦੀ ਰਾਜਧਾਨੀ ਸੀ। ਇੱਥੇ ਐਨ ਚੰਗੀ ਤਰ੍ਹਾਂ ਭੰਨਿਆ ਮਾਰਿਆ ਤਾਂ ਇੱਥੇ ਅਖਾੜਾ ਦਾ ਨਾਮ ਪਿਆ। ਇਹ ਥਾਂ ਕਲਗੀਧਰ ਲੰਮੇ ਜੱਟਪੁਰੇ ਤੋਂ ਆਏ 2 ਦਿਨ ਇੱਥੇ ਰਹੇ ਹਨ। ਇੱਕ ਮਾਈ ਉਸ ਸਮੇਂ ਹੋਰ ਵੀ ਸੰਗਤਾਂ ਸੇਵਾ ਕਰਦੀਆਂ ਸਨ। ਬੀਰੋ ਮਾਈ ਸੀ ਬਜ਼ੁਰਗਣੀ। ਉਹ ਸੇਵਾ ਕਰਦੀ ਸੰਗਤਾਂ ਦੇ ਨਾਲ ਸੇਵਾ ਕਰਦੀ, ਉਹਦਾ ਨਾਮ ਬਾਈ ਸੇਵਾ ਹੀ ਪੈ ਗਿਆ। ਜਦੋਂ ਕਲਗੀਧਰ ਸ਼ਹਿਨਸ਼ਾਹ ਪਿਤਾ ਜੀ ਆਏ ਨਾ, ਉਸ ਬਾਈ ਸੇਵਾ ਨੇ ਨਾ ਸਨੇ ਮਲਾਹੀ ਛੰਨਾ ਭਰ ਕੇ ਕਲਗੀਧਰ ਸ਼ਹਿਨਸ਼ਾਹ ਪਿਤਾ ਜੀ ਨੂੰ ਹਾਜ਼ਰ ਕੀਤਾ। ਕਲਗੀਧਰ ਜੀ ਛੱਕ ਕੇ ਆਖ ਲਗੇ, ਮਾਤਾ ਜੀ ਕੀ ਚਾਹੁੰਦੇ ਹੋ? ਮੰਗੋ। ਸੱਚੇ ਪਾਤਸ਼ਾਹ ਦਇਆ ਕਰੋ, ਮਿਹਰ ਕਰੋ। ਸਾਡੀ ਕੁੱਲ ਵਿੱਚ ਬ੍ਰਹਮ ਗਿਆਨੀ ਤਤ ਬੇਤਾ ਸਾਰੇ ਸੰਸਾਰ ਦਾ ਭਲਾ ਕਰਨ ਵਾਲਾ ਆਪ ਰਹਿ ਪਰਪੱਕ ਦੁਨੀਆ ਨੂੰ ਰਹਿਤ ਬਹਿਤ ਰੱਖਣ ਦਾ ਢੰਗ ਦੱਸਣ ਵਾਲਾ ਅਸਲੀ ਗੁਰਮਤਿ ਵਿੱਚ ਜੀਵਨ ਵਾਸਤੇ ਹੋਰਾਂ ਨੂੰ ਗੁਰਮਤਿ ਦਿਲਾਉਣ ਵਾਲਾ ਇਹੋ ਜਿਹਾ
ਰੱਬ ਦਾ ਪਿਆਰਾ ਬ੍ਰਹਮ ਗਿਆਨੀ ਤਤ ਬੇਤੀ ਦੀ ਵਖ ਕਰੋ। ਕਲਗੀਧਰ ਜੀ ਆਖਣ ਲਗੇ, ਮਾਤਾ ਜੀ ਕੋਈ ਨਹੀਂ, ਇਸ ਸਕੂਲ ਵਿੱਚ ਐਸੇ ਬਹਾਦਰ ਹੋਣਗੇ ਜਿਹੜਾ ਕਿ ਬਹੁਤ ਦੁਨੀਆ ਦਾ ਭਲਾ ਕਰਨਗੇ, ਪੂਰੇ ਗੁਰੂ ਤੇ ਤਾਰਨੀ, ਪੂਰੀ ਕਕੈੜ ਪਰਪੱਕ ਰਹਿਣੀ ਕਹਿਣੀ ਬਹਿਣੀ ਸੇ ਪੱਕੇ ਹੋਣਗੇ, ਜਿਨ੍ਹਾਂ ਦੀ ਬਖਸ਼ਿਸ਼ ਇੰਨੇ ਵਿਦਵਾਨ, ਇੰਨੇ ਕਰਨ ਦੇ ਸੂਰਮੇ, ਇੰਨੇ ਤਤਵੇ ਤੇ ਹੋਣਗੇ, ਜਿਹੜਾ ਉਹਨਾਂ ਦੀ ਕਥਾ ਵਿਚਾਰ ਸੁਣੂ ਉਹ ਵੀ ਕਲਿਆਣ ਨੂੰ ਪ੍ਰਾਪਤ ਹੋ ਜੂ। ਵਰ ਦਿੱਤਾ ਗਿਆ, ਵਰ ਦੇ ਤੋਂ ਇਹ ਥਾਂ ਮਹਾਰਾਜ ਦੀ ਕਿਰਪਾ ਨਾਲ ਭਾਈ ਰੂੜ ਸਿੰਘ ਜੀ ਅਤੇ ਬਾਬਾ ਕਾਹਨ ਸਿੰਘ ਜੀ, ਇਹਨਾਂ ਦੋਵਾਂ ਨੇ ਜਨਮ ਲਿਆ। ਜਿਹੜਾ ਬਾਬਾ ਕਾਹਨ ਸਿੰਘ ਮਹਾਂਪੁਰਖਾਂ ਦਾ ਸੰਤ ਗਿਆਨੀ ਗੁਰਬਖਸ਼ ਖਾਲਸੇ ਦਾ ਇਹ ਤਾਇਆ ਲੱਗਦਾ ਸੀ, ਬੜਾ ਗੰਧਰਵ ਸੀ, ਚੋਟੀ ਦਾ ਬੜਾ ਤਗੜਾ ਵਿਦਵਾਨ ਸੀ, ਬਹੁਤ ਗ੍ਰੰਥ ਪੜ੍ਹਿਆ ਹੋਇਆ ਸੀ। ਇਸ ਵੰਸ਼ ਵਿੱਚ ਬਹੁਤ ਰਹਿਣੀ ਬਹਿਣੀ ਪਰਪੱਕ ਭਾਈ ਰੂੜ ਸਿੰਘ ਨੇ ਨਾ ਟਾਪ ਹੁੰਦੀ ਸੱਜੇ ਇੱਕ ਪਾਸੇ, ਉਹਦੇ ਵਿੱਚ ਚਲੇਸਾ ਕੱਢਿਆ, ਬਹੁਤ ਟਾਈਮ ਲਾਉਂਦੇ ਸੀ। ਭਾਈ ਰੂੜ ਸਿੰਘ ਜੀ ਮਹਾਂਪੁਰਖਾਂ ਦੇ ਪਿਤਾ ਜੀ, ਇੰਨੀ ਬਾਣੀ ਕੰਠ ਸੀ, ਇੰਨੀ ਬਾਣੀ ਕੰਠ, ਹੋਰ ਦਸਮਾਂ ਦੀ, ਹੋਰ ਭਾਈ ਗੁਰਦਾਸ ਦੀਆਂ ਵਾਰਾਂ, ਹੋਰ ਗੁਰੂ ਗ੍ਰੰਥ ਸਾਹਿਬ ਦੀਆਂ ਕੋਈ 200 ਪੱਤਰਾ ਬਣ ਜਾਂਦਾ ਸੀ, ਇੰਨਾ ਉਹ ਸਿਮਰਨ ਕਰਦੇ ਸੀਗੇ, ਬੜਾ ਚਲੇਸਾ ਕੀਤਾ। ਉਹਨਾਂ ਭਾਈ ਰੂੜ ਸਿੰਘ ਜੀ ਦਾ ਆਨੰਦ ਕਾਰਜ ਸਾਡੇ ਸਤਿਕਾਰਯੋਗ ਮਾਤਾ ਆਨੰਦ ਕੌਰ ਜੀ ਨਾਲ ਹੋਇਆ। ਜਿਹੜੀ ਮਾਤਾ ਆਨੰਦ ਕੌਰ ਸੀ, ਇਹ ਵੀ ਪਤੀ ਦੇ ਰਹਿਤ ਬਾਅਦ ਪ੍ਰਭਾਵਿਤ ਹੋ ਗਏ। ਇਹ ਵੀ 13 ਮਹੀਨੇ 25 ਜਾਪ ਸਾਹਿਬ ਦੇ ਜਪਜੀ ਦੇ ਪਾਠ ਕਰਨੇ ਅਤੇ ਮੂਲ ਮੰਤਰ ਕਰਨਾ, ਪੂਰਾ ਨਿਤਨੇਮ ਕਰਨਾ, ਸੁਖਮਨੀ ਸਾਹਿਬ ਦੇ ਪਾਠ ਕਰਨੇ। ਫਿਰ 1959 ਵਿੱਚ ਫੱਗਣ ਦੀ ਸੰਗਰਾਂਦ ਨੂੰ ਕੋਈ 2:30 ਵਜੇ ਮਹਾਂਪੁਰਖਾਂ ਦਾ ਜਨਮ ਹੋਇਆ। ਬੜਾ ਚਾਅ ਹੋਇਆ, ਬਹੁਤ ਖੁਸ਼ੀਆਂ ਹੋਈਆਂ। ਉਸ ਟਾਈਮ ਸਾਧ ਸੰਗਤ ਜੀ ਦ੍ਰਿੜ ਗੁਰਮੁਖੀ ਮਰਿਆਦਾ ਵਾਲੇ ਬਾਬਾ ਕਾਹਨ ਸਿੰਘ ਨੂੰ ਪ੍ਰੇਰ ਪੂਰ ਕੇ ਉਸ ਵੇਲੇ ਦਸਾਂ ਦੀ ਕਿਰਤ ਕਮਾਈ, ਬਹੁਤ ਦਸਾਂ ਕਿਰਤ ਦਾਨ ਪੁੰਨ ਬਹੁਤ ਕਰਦੇ। ਰੂੜ ਸਿੰਘ ਦੇਖ ਸਜਾਈ ਗਈ। ਉਸ ਵੇਲੇ ਭੂਆ ਸਾਹਿਬ ਕੌਰ ਜੀ, ਇਹਨਾਂ ਦਾ ਆਨੰਦ ਕਾਰਜ ਕਿਸ਼ਨਪੁਰੇ ਹੋਇਆ ਸੀ, ਇੱਥੇ ਵਿਆਹੇ ਹੋਏ ਸੀ। ਉਹ ਇਸ਼ਨਾਨ ਪਾਣ ਕਰਾ ਕੇ ਬਾਤਲ ਲਪੇਟ ਕੇ ਮਹਾਰਾਜ ਦੀ ਹਜ਼ੂਰੀ ਗੁਰਦੁਆਰਾ ਸਾਹਿਬ ਲੈ ਗਏ। ਅਰਦਾਸ ਕੀਤੀ ਗਈ, ਮਹਾਰਾਜ ਜਿਹੜੇ ਰਹਿਤ ਬਹਿਤ ਵਾਲੇ ਪਰਪੱਕ ਰੱਬ ਦੇ ਪਿਆਰੇ ਗੁਰੂ ਤੋਂ ਨਾਲ ਜੁੜਨ ਵਾਲੇ ਮਹਾਂਪੁਰਖਾਂ ਦਾ ਨਾਮ ਰੱਖਣ ਦੀ ਅਰਦਾਸ ਹੋ ਗਈ। ਗੁਰਪੂਰਾ ਭੇਟੇ ਉਠਾ ਗਈ, ਮਨ ਪਿਆ ਪ੍ਰਗਾਸਾ। ਅੱਜ ਵੀ ਕੋਈ ਹੁਕਮਨਾਮਾ ਚੱਲ ਰਿਹਾ, ਹੁਕਮਨਾਮਾ ਆਇਆ। ਇਸ ਤੋਂ ਗੁਰਬਖਸ਼ ਸਿੰਘ ਨਾਮ ਰੱਖਿਆ ਗਿਆ।
ਗੁੜ ਦੀ ਮਰਿਆਦਾ ਮੁਤਾਬਕ ਦਿੱਤੀ ਗਈ। ਜਿਵੇਂ ਮਰਿਆਦਾ ਜਪ ਸ਼ਬਦ ਦਾ ਪਾਠ ਕਰਕੇ ਇਸ ਤਰ੍ਹਾਂ ਸਾਧ ਸੰਗਤ ਜੀ ਪਲਦੇ ਰਹੇ। ਜਦੋਂ 13 ਕੁ ਵਰ੍ਹੇ ਦੇ ਹੋਏ ਮਹਾਂਪੁਰਖ ਮਾਤਾ ਆਨੰਦ ਕੌਰ ਜੀ ਇਸ ਦੀਵੀ ਵਿਛੋੜਾ ਦੇ ਗਏ। ਜਿਹੜੇ ਕਹਿੰਦੇ ਤਨੇਵੀ ਪ੍ਰਵਕ ਬਹੁਤ ਅਭਿਆਸੀ ਸੀ। ਦਾਦੀ ਰਾਜ ਕੌਰ ਉਹਨਾਂ ਨੇ ਸਾਂਭ ਸਭਿਆ ਕੀਤਾ। ਰੱਬ ਦੀ ਨੇਕ ਨਾਲ ਕੋਈ ਵਿਛੋੜਾ ਦੇ ਗਏ। ਫਿਰ ਭੂਆ ਸਾਹਿਬ ਕੌਰ ਜੀ ਇਹ ਸਦਕੇ ਲੈ ਕੇ ਆ ਗਏ। ਵਾਰ ਵਾਰਤਾ ਵਿੱਚ ਇੱਥੇ ਰਹੇ 4-5 ਵਰ੍ਹੇ ਹੋਣ ਤੋਂ ਲਾਲ ਦਾਸ ਪੱਥਾ ਵਿਦਵਾਨ ਉਦਾਸੀਆਂ ਦਾ ਡੇਰਾ ਸੀ ਕਿਸ਼ਨਪੁਰੇ। ਉਹ ਸ੍ਰੀ ਮੁਖਵਾਸ ਦੀ ਕਥਾ ਕਰਦੇ। ਗੁਰਮ ਦਾ ਵੀ ਗਿਆਨੀ ਸੀ ਉਹ। ਰਾਮਾਇਣ ਮਹਾਂਭਾਰਤ ਆਦਿ ਯੋਗ ਵਸ਼ਿਸ਼ਟ ਆਦਿ ਇਹਨਾਂ ਦਾ ਬੜਾ ਮੁਹਾਵਰਾ ਸੀ। ਮਹਾਂਪੁਰਖਾਂ ਦੀ ਤਿੱਖੀ ਬੁੱਧੀ ਬਹੁਤ ਤੇਜ਼। ਸੁਣ ਸੁਣਾ ਕੇ ਕੋਈ ਵੈਦਿਕ ਦੇ ਗ੍ਰੰਥ ਪੜ੍ਹੇ ਉਹਨਾਂ ਤੋਂ 10 ਸਾਲ ਪੱਕੇ ਹੀ ਹੋ ਗਏ। ਫਿਰ ਇੱਥੋਂ ਤੇ ਹੋਰ ਵੀ ਥਾਂ ਵੇਚਦੇ ਰਹੇ। ਆਗੇ ਫਿਰ ਅਖਾੜੇ ਇੰਨੇ ਚਿਰ ਨੂੰ ਪਿਤਾ ਵੀ ਜੋ ਕਿ ਫੌਜ ਭਰਤੀ ਹੋ ਗਿਆ ਸੀ। ਜੋ ਬ੍ਰਹਮਾ ਇਲਾਕਾ ਹੈ, ਬ੍ਰਹਮਾ ਉਹ ਸੈਂਟਰ ਵਿੱਚ ਗੁਰਮਤੀ ਹੈ, ਅਭਿਆਸੀ ਵਿਵੇਕ ਦਾ ਪਹਿਰਾ ਰੱਖਣ ਵਾਲੇ ਸਮਝ ਕੇ ਭਾਈ ਰੂੜ ਸਿੰਘ ਜੀ ਨੂੰ ਫੌਜ ਵਿੱਚ ਮਹਾਰਾਜ ਦੀ ਸੇਵਾ ਪ੍ਰਕਾਸ਼ ਆਸਨ ਦੀ ਦਿੱਤੀ ਗਈ। ਉੱਥੇ ਪ੍ਰੇਮ ਨਾਲ ਬੜੇ ਕਰਦੇ ਰਹੇ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਉੱਥੇ ਰਿਟਾਇਰ ਹੋ ਗਏ, ਆ ਗਏ। ਇੱਧਰ ਵੀ 5 ਕਲਾਸਾਂ ਪੜ੍ਹੀਆਂ। ਉਰਦੂ ਭਾਸ਼ਾ ਹੁੰਦੀ ਉਹਦੇ, ਕੋਈ ਪ੍ਰਾਇਮਰੀ ਸਕੂਲ ਥੋੜ੍ਹੇ ਜਿਹੇ ਹੁੰਦੇ ਸੀਗੇ। ਮਹਾਂਪੁਰਖਾਂ ਨੇ ਇਹ ਵੀ ਪੜ੍ਹ ਲਈ। ਫਿਰ ਥੋੜ੍ਹੇ ਜਿਹੇ ਵੱਡੇ ਹੋ ਗਏ, 17 ਕੁ ਵਰ੍ਹੇ ਦੇ ਹੋ ਗਏ। ਪਿਤਾ ਦੇ ਨਾਲ 3 ਕੁ ਵਰ੍ਹੇ ਖੇਤੀ ਵਿੱਚ ਮਦਦ ਕਰਦੇ ਰਹੇ ਹਾਂ। ਬੜੇ ਦਿਆਲੂ ਕਿਰਪਾਲੂ। ਸਰੀਰ ਬੜਾ ਪਤਲਾ ਜਾਏ, ਬੋਲਦੇ ਨਹੀਂ ਹੁੰਦੇ ਸੀਗੇ। ਨਾ ਹੱਸਣਾ ਨਾ ਹੋਰ, ਬਰਾਕ ਵਿੱਚ ਮਸਤ। ਉਹਨਾਂ ਨੂੰ ਕੀ ਪਤਾ ਸੀ ਇਹ ਇੱਕ ਯੋਨੀ ਵਿਰਾਟੀ ਬ੍ਰਹਮ ਵਿਦਿਆ ਦੇ ਦਾਨੀ ਹੋਣਗੇ। ਇਸ ਤਰ੍ਹਾਂ ਸਾਧ ਸੰਗਤ ਜੀ ਸਮਾਂ ਵੱਧਦਾ ਗਿਆ। ਫਿਰ ਤਾਇਆ ਜੀ ਨਾਲ ਬੜੇ ਵਿਦਵਾਨ ਸਨ। ਕਾਹਨ ਸਿੰਘ ਗਦਾਰ ਬੜੇ ਸੀ, ਪ੍ਰਸਿੱਧ ਰਾਗੀ ਸੀ। ਉਹਨਾਂ ਨੇ ਦਸਾਂ ਨਾਲ ਦੀ ਕਿਰਤ ਕਮਾਈ ਦੇਖ ਸਜਾਈ। ਦੇਖ ਸਜਾ ਕੇ ਮਹਾਰਾਜ ਦੀ ਹਜ਼ੂਰੀ ਮਹਾਰਾਜ ਕੇ ਪਾਸ ਆ। ਇਸ ਪਤਵੰਤੇ ਪ੍ਰੇਮੀ ਨੂੰ ਧਰਮ ਵਿਦਿਆ ਦ੍ਰਿੜਤਾ ਬਖਸ਼ੋ। ਅਰਦਾਸ ਕਰਕੇ ਪੰਜਾਬੀ ਦੇ 5 ਅੱਖਰ ਲਿਖੇ। ਉਹ ਬੁੱਧੀ ਤਾਂ ਬੜੀ ਤੀਖਣ ਸੀ। 5 ਅੱਖਰ ਲਿਖ ਕੇ ਫਿਰ ਸਾਧ ਸੰਗਤ ਜੀ ਜਪਜੀ ਸਾਹਿਬ ਨਿਤਨੇਮ, ਫਿਰ ਸੰਥਿਆ ਸਮੇਤ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ। ਫਿਰ ਤਾਂ ਭਾਈ ਗੁਰਦਾਸ ਦੀਆਂ 12 ਜੋ ਕੁਝ ਵੀ ਹੈ, ਪੰਥ ਪ੍ਰਕਾਸ਼, ਨਾਨਕ ਪ੍ਰਕਾਸ਼, ਹੋਰ ਵੀ ਧਾਰਮਿਕ ਗ੍ਰੰਥ ਲੋੜੀ ਦੇ
ਬਹੁਤ ਵਿਦਿਆ ਪੜ੍ਹੀ ਘਰ ਵਿੱਚ ਬਾਬਾ ਜੀ ਦੇ ਕੋਲੋਂ। ਉਦੋਂ ਸਿੰਘ ਸਭਾ ਦੀਵਾਨ ਸਾਹਿਬ ਹੁੰਦੇ ਸੀ, ਪ੍ਰਚਾਰ ਕਰ ਸਿੰਘ ਸਭਾ। ਅਖਾੜੇ ਵਾਲੇ ਪਤਵੰਤਿਆਂ ਨੇ ਨਾ 5 ਦਿਨ ਵਾਸਤੇ ਬਹੁਤ ਸਵਾਦ ਉਦਾਸੀ ਬਰਾਗੀ, ਬੜੇ ਬੜੇ ਵਿਦਵਾਨ, ਬੜੇ ਬੜੇ ਪੰਡਤ ਬਹੁਤ ਸੱਦੇ। ਸਾਰੇ ਪਿੰਡ ਨਹੀਂ, ਉਹਨਾਂ ਦੇ ਸਾਰਾ ਤੋਂ ਉੱਚੇ ਮਹਾਨ, ਬਹੁਤ ਵਿਦਿਆ ਦੇ ਮਾਹਰ, ਭਰਪੂਰ ਵਿਦਿਆ ਵਾਲੇ, ਜਿਨ੍ਹਾਂ ਦਾ ਦਰਸ਼ਨ ਵਿਲੱਖਣ ਹੈ। ਬ੍ਰਹਮ ਗਿਆਨੀ ਤਤਵੇ ਸੰਤ ਸੁੰਦਰ ਸਿੰਘ ਵੀ ਬੁਲਾਏ ਚਲੇ ਗਏ। ਬਸ ਫੇਰ ਕਿਸੇ ਮਹਾਂਪੁਰਖਾਂ ਨੇ ਜੈ ਸ੍ਰੀ ਵਾਰ ਪਹਿਲਾ ਸ਼ਲੋਕ ਆਦਿ ਪੂਰਨ ਮਦੰਤ ਪੂਰ ਪਰਮੇਸ਼ਰ ਹੈ, ਇਹਦੀ ਕਥਾ ਕੀਤੀ। ਨਵੇਂ ਤੋਂ ਨਵੇਂ ਅਰਥ, ਨਵੇਂ ਤੋਂ ਨਵੇਂ ਅਰਥ ਉਸ ਵੇਲੇ ਮਹਾਨ ਵਿਦਵਾਨਾਂ ਦੇ ਜਿਨ੍ਹਾਂ ਨੂੰ ਪ੍ਰਾਪਤ ਹੋ ਰਹੀ ਭੰਡਾਰੇ ਸੰਤ ਗਿਆਨੀ ਗੁਰਬਚਨ ਖਾਲਸਾ ਦੇ ਕੇ ਵਿਕ ਗਏ, ਪ੍ਰਭਾਵਿਤ ਹੋ ਗਏ। ਬਸ ਸਮਝ ਲਓ ਇੰਨੇ ਮੌਜ ਹੋ ਗਏ, ਕਹਿੰਦਾ ਇਹਨਾਂ ਦਾ ਹੀ ਸਾਥ ਕਰਨਾ। ਮਨ ਖਿੱਚਿਆ ਗਿਆ, ਵਿਕ ਗਏ। ਫਿਰ ਮੰਜੇ ਦੇ ਪਏ ਸੀ ਮਹਾਂਪੁਰਖ ਦੁਪਹਿਰ ਨੂੰ, ਹੱਥ ਜੋੜ ਕੇ ਸਰਾਣੇ ਵੱਲ ਜਾ ਖੜੇ। ਕਹਿੰਦੇ ਆ ਚੰਗੀ ਆ ਕੀ ਜਾਂਦਾ ਮਹਾਰਾਜ, ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ ਬਖਸ਼ੋ। ਕਹਿੰਦੇ ਚੰਗੀ ਆ, ਕੱਲ੍ਹ ਨੂੰ ਅੰਮ੍ਰਿਤ ਪਾਉਣਾ ਹੋਣਾ ਹੈ। ਉਹ ਤਾਂ 5 ਪਿਆਰੇ ਦਿੰਦੇ ਹੁੰਦੇ ਹਨ। ਮੈਂ ਉਦੋਂ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਕਾਹਦੀ ਗੱਲ। ਫਿਰ ਤਾਂ ਵਾਹਿਗੁਰੂ ਮੰਤਰ ਚਲੇ ਪਿਆ, ਸਮਾਂ ਹੀ ਵਗ ਗਿਆ, ਆਨੰਦ ਖੇੜਾ ਹੀ ਹੋ ਗਿਆ, ਬਹੁਤ ਨਜ਼ਾਰਾ ਹੀ। ਫਿਰ ਸਾਧ ਸੰਗਤ ਜੀ ਕਹਿੰਦੇ ਕੀ ਚਾਹੁੰਦਾ ਮਹਾਰਾਜ, ਪ੍ਰੇਮ ਦੇ ਖਿੱਚੇ ਹੋਏ ਫਿਰ ਇੱਥੇ ਆ ਗਏ। ਮਹਾਂਪੁਰਖ ਮਿਲੇ, ਬਹੁਤ ਪ੍ਰੇਮ ਨਾਲ ਮਿਲੇ। ਪਰਮਾਤਮਾ ਸੰਤ ਸੁੰਦਰ ਬ੍ਰਹਮ ਗਿਆਨੀ ਤਤਵੇ ਤੇ ਵੀ ਇਹ ਛਾਪ ਚੰਗੀਆ ਮਹਾਰਾਜ ਤੁਸੀਂ ਜਾਣੇ ਹੋ। ਕਹਿੰਦੇ ਗੱਲ ਕਰੀ ਠੀਕ ਹੈ, ਤੂੰ ਬ੍ਰਹਮ ਵਿਦਿਆ ਉੱਚ ਚੋਟੀ ਤੇ ਲੈਣਾ ਚਾਹੁੰਦਾ ਹੈ, ਪਰ ਇਸ ਤਰ੍ਹਾਂ ਗੱਲ ਹੈ ਚੰਗੀਆ, ਸਾਡੇ ਵਿਦਿਆ ਦਾ ਤੇ ਉਹਨਾਂ ਨੇ ਆਖਿਆ ਸੀ ਵੀ ਤੁਸੀਂ ਨਾ ਅਣਦਾੜੀ ਬੱਚਾ ਨਹੀਂ ਰੱਖਣਾ, ਅਤੇ ਕਿਸੇ ਮਰਦ ਦਾ ਵਿਦਵਾਨ ਹੋਵੇ ਉਹ ਤੋਂ ਸਮ ਤੋਂ ਪਰੇ ਦੀ ਗੱਲ ਨਹੀਂ, ਕਿਸੇ ਦਾ ਨਿਰਾਦਰ ਨਹੀਂ ਕਰਨਾ, ਭਾਵੇਂ ਕੋਈ ਭੇਖ ਹੋਵੇ। ਤੇ ਆਹ ਕਾਲ ਕੁਟਿਆ ਬਣਦੇ ਸੀਗੇ। ਇੱਕ ਰਾਣਾ ਰੋਣ ਦਾ ਮੱਘਰ ਸਿੰਘ ਮਿਸਤਰੀ ਲੱਗਿਆ ਹੋਇਆ ਸੀਗਾ। ਮਹਾਂਪੁਰਖ ਆਖਣ ਲੱਗੇ, ਕਹਿੰਦੇ ਮੱਘਰ ਸਿੰਘ ਹਾਂ ਮਹਾਰਾਜ, ਇਹ ਬੱਚੇ ਦਾ ਜਗਿਆਸੂ ਪ੍ਰੇਮੀ ਦਾ ਪਚੰਗੀ ਦਾ ਚਿਹਰਾ ਦੇਖਦਾ ਹਾਂ। ਉਹ ਕਹਿੰਦੇ ਮਹਾਰਾਜ ਮੇਰੇ ਤਾਂ ਉਹੀ ਨਿਗਾਹ ਘੱਟ ਹੈ, ਜਿਹੜੀ ਤੁਸੀਂ ਗੱਲ ਪੁੱਛਣਾ ਚਾਹੁੰਦੇ ਆ ਉਹ ਮੇਰੇ ਕੋਲ ਕਿੱਥੇ, ਮੇਰੇ ਕਿੱਥੇ ਕਮਾਈ ਹੈ। ਕਹਿੰਦੇ ਮਿਸਤਰੀ ਆਪ ਚੰਗੀ ਰੋਕਦਾ ਜਥੇ ਵੇਰਦੇ, ਟੋਲਾ ਵੇਰੂਗਾ ਟੋਲਾ। ਸਾਰੇ ਹਿੰਦੁਸਤਾਨ ਵਿੱਚ ਕਥਾ ਦੀ ਲਪਟਾਂ ਹਰ ਥਾਂ ਇੰਨਾ
बहुत सारे सिंह रख के गुरमत की दरड़ी बना के रहत विच रखा के इन्हें बड़ी सेवा करनी है। इस तरह फिर महापुरख मुड़ बढ़ गए। फिर बड़ी बौली साहब है ना, चमकौर साहब, उत्थे गल गल तक पानी भी खड़ जाना महापुरखों ने। रात के 8 बजे प्रवेश होना, अगे 4 बजे निकलते होंगे थे। चलीसा कटिया जिस दिन चलीसा पूरा होया ना, सहनशाह पिता कलगीधर जी महाराज बहुत सारे सिंह, कोई 40 सिंह पौने, बड़ा बरात उतार के बहुत लंबियां पूजा करके उन्होंने खलबकड़े लाई खड़े से गए। जदों महापुरख निकले बाहर कहता आ जा तू भी आ जा। फिर जरा उन्होंने ना मेरी छाती दी ना पासलियां नूं हत्थां दे पावे हत्थां दे थोले ही लगे सीगे। कहते चल पिया मार सोमो ही बग गया। इतना बड़ी कृपा हुई। फिर अखाड़ा रामगढ़ इत्थे नानके सीगे, उत्थे गए हुए सी। महापुरख उत्ते पैंदे हुंदे सी, मच्छरदानी लवा लैनी। चढ़न लगे रात नूं, वो कहते पौड़ी ठीक है, कहते ड्राइवर चढ़ा लो, पौड़ी तो इस तरह है महाराज जा रहे चढ़े जा रहे हैं। महापुरख जदों 3 डंडे रह गए ना, 3 ताड़ते नहीं, कड़कते डंडा आवाज की भी टुट गया बल्ले बल्ले। पर महापुरख जा उत्थे कहते खड़का होया, टार्च नाल देखी जाते किसे कोई भी नहीं जी। विराजमान हो गए। फिर 16 पढ़ के 2 बजे जकारे बड़े छे महापुरखों ने जकारे। गुरसिख इकट्ठे हो गए उत्थे काफ़ी। कहते महाराज की गेड़ है, कहते वो देख वो कलगीधर जी आ रहे, दर्शन करो कलगीधर जी। वो पिछा महानुची ब्रह्म ज्ञानी तत्वेते संत आतर सिंह वास्तुआन वाले वो हैं मगर। उदों कलगीधर सहनशाह पिता जी ने ना पावन पवित्र हथों का रुमाल देता। कहते लो भी इस व्यक्ति को दे दो, सारे अर्थ कंठों ही सारा स्पन हो जाएंगे। इस तरह महाराज की बख्शस इन्नी याददात अज तक दुनिया विच इन्ना जथा रख के 70 75 90 किसी ने ना तो इन्ने रख के खर्चा आपका करना। 72 जोग तो सारा कुछ किसी वजनी नहीं। इस तरह बड़ी भारी यूनियन राहटी ब्रह्म विद्या दी बड़े बड़े सारा बड़े थां थां चलाई। फिर महापुरख प्रोग्राम बोपर आए थे, उत्थे चले गए। उत्थे जाके संत ज्ञानी गुरु खालसा तो लखां ही जापजी साहब के पाठ कराए। जापजी साहब मूल मंत्र बड़े कराए। अते फिर आखन लगे, कहते पाठ सुना। महापुरख बोल के
ਸੰਤ ਪਰਮਾਤਮਾ ਕੋਲ ਬੈਠੇ ਆ। ਕਹਿੰਦੇ ਸੰਗ ਜੀ ਲਗਾ ਮਾਤਰਾ ਦੇਖੋ, ਜੇ ਰਹੀ ਕੋਈ ਦੱਸੋ। ਇੰਨਾ ਸਪਾਟ ਉੱਚੀ ਆਵਾਜ਼ ਨਾਲ 40 ਪੱਤਰ ਸੁਣਾਤੇ। ਅਸੀਂ ਪੰਨੇ ਕੋਈ ਟਕਸਾਲੀ ਵਿਦਵਾਨ ਬਹੁਤ ਜਿਹੜਾ ਕੋ ਚੰਗਾ ਹੀ ਪਾਠੀ ਹੋਏ ਕਰ ਸਕਦਾ, ਵਰਨਾ ਨਹੀਂ। ਫਿਰ ਬੜੇ ਖੁਸ਼ ਜਿਹੇ ਹੁੰਦੇ ਆ। ਜਬ ਤਬ ਨਿਮਰਤਾ ਸੰਯੁਕਤ ਵੇਖ ਵੇਖ ਕੇ ਅਖੀਰ ਤੇ ਆਖਣ ਲੱਗੇ, ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਸਿਧਾਂਤ ਹੈ ਨਾ, ਜਪਜੀ ਸਾਹਿਬ ਦਾ, ਇਹ ਸਾਨੂੰ ਕੋਈ ਚੰਦ ਮਿੰਟਾਂ ਵਿੱਚ ਸੁਣਾਵੇ, 5 ਮਿੰਟਾਂ ਵਿੱਚ। ਕੌਣ ਸੁਣਾ ਸਕਦਾ ਸੀਗਾ 5 ਮਿੰਟਾਂ ਵਿੱਚ? ਮਹਾਂਪੁਰਖ ਆਖਣ ਲੱਗੇ, ਮਹਾਰਾਜ ਆਗਿਆ ਹੋਵੇ ਕਵਿਤਾ ਵੀ ਸੁਣਾ। ਕਹਿੰਦੇ ਸੁਣਾ। ਕਵਿਤਾ ਵਿੱਚ ਸਾਰਾ ਸਿਧਾਂਤ 5 ਮਿੰਟਾਂ ਵਿੱਚ ਮਾਨ ਉੱਚ ਵਿਅਕਤੀ ਬਾਬਾ ਸੁਣ ਪਿਆ ਤੇ ਬੜੇ ਖੁਸ਼ ਹੋਏ। ਬਹੁਤ ਜ਼ਿਆਦਾ ਹੀ ਰਹਿਣੀ ਬਹਿਣੀ ਗੁਰਮਤ ਅਭਿਆਸ ਨਿਮਰਤਾ ਦੇਖ ਕਰਕੇ ਉਧਰ ਆਪ ਦਾ ਵੀ ਟਾਈਮ ਜਿਹਾ ਨੇੜੇ ਆਇਆ। ਸਾਧ ਸੰਗਤ ਜੀ ਆਖਣ ਲੱਗੇ ਵੀ ਚਲੋ ਜੋ ਅਸੀਂ ਮਹਾਨ ਉੱਚ ਵਿਅਕਤੀ ਸੰਤ ਵਿਸ਼ਨੂੰ ਅਮਰਾਲੇ ਵਾਲੇ ਮਹਾਂਪੁਰਖਾਂ ਤੋਂ ਅੱਖਰ ਪੜ੍ਹੇ ਸੀ, ਅੱਗੇ ਬਹੁਤ ਕਈਆਂ ਨੇ ਪੜ੍ਹੇ, ਉਹ ਕਈ ਪੜ੍ਹ ਕੇ ਭੁਲਾਏ ਦਿੱਤੇ, ਕਈ ਸਾਡੇ ਕੋਲ ਪੜ੍ਹ ਕੇ ਉਹ ਸਰਵਸਮੈਨ ਹੋ ਗਏ, ਕਈ ਗ੍ਰਹਿਸਤੀ ਹੋ ਗਏ। ਪਰ ਇਸ ਪਚੰਗੀ ਨੇ ਸਾਡੀ ਵਿਦਿਆ ਸਫਲੇ ਕਰਦੇ, ਚੰਗੇ ਲਾਇਕ ਸਮਝ ਕੇ ਬਹੁਤ ਕਹਿੰਦੇ ਵੇ ਸਾਡੇ ਸਾਰੇ ਅਰਥ ਕੰਠੋਂ ਹੀ ਫੁਰਨਗੇ। ਇਸ ਤਰ੍ਹਾਂ ਆਖਣਗੇ ਵੀ ਜਿੰਨੇ ਵੀ ਸਾਡੇ ਕੋਲ ਪੜ੍ਹੇ ਆ ਸੰਤ ਗਿਆਨੀ ਬ੍ਰਹਮ ਗਿਆਨੀ ਸੰਤ ਸੁੰਦਰ ਛੋਟਾ ਜਿਹਾ ਜਥਾ 25 ਸਿੰਘਾਂ ਦਾ, ਪਰ ਕਮਾਈ ਕਰਾਉਂਦੇ ਸੀ ਬਹੁਤ ਜ਼ਿਆਦਾ। ਆਖਣ ਲੱਗੇ ਚੰਗੀਆ ਸਾਡਾ ਸਮਾਂ ਹੋਰ ਸੀ, ਉਹਦਾ ਹੋਰ ਤਰ੍ਹਾਂ ਦਾ, ਹੁਣ ਸਮਾਂ ਹੋਰ ਹੈ। ਤੁਸੀਂ 3 ਗੱਲਾਂ ਯਾਦ ਰੱਖਣੀਆਂ। ਅੰਦਾਜ਼ੇ ਨਹੀਂ ਰੱਖਣਾ, ਸਰੀਰ ਦੀ ਵਰਜਿਸ਼ ਕਰਨੀ। ਕਿਸੇ ਵਿਦਵਾਨ ਦਾ ਜਿਹੜੀ ਪਰੇ ਦੀ ਗੱਲ ਹੈ ਉਹ ਸਮਝ ਤੋਂ ਉਤੋਂ ਪੁੱਛਣੀ ਨਹੀਂ। ਇਸ ਤਰ੍ਹਾਂ ਕਹਿ ਕੇ ਰੱਖ ਲਗੇ ਹਾਂ ਕਰੋ ਬਈ ਪ੍ਰੇਮੀਓ, ਦਸਤਾਰ ਲਿਆਓ। ਜਿਹੜੇ ਨਾਲ ਦੇ ਪੜ੍ਹੇ ਹੋਏ ਸੀ ਕਹਿੰਦੇ ਲੈ ਇਹਦਾ ਢੀਲ ਕੱਦ ਸੁੰਦਰ, ਚਿਹਰਾ ਮੋਹਰਾ ਸੁੰਦਰ ਵੇਖ ਕੇ ਹੀ ਇਹਨਾਂ ਤੇ ਖੁਸ਼ ਹੋ ਗਏ। ਛੋਟਿਆਂ ਤੇ ਹੀ ਕਹਿੰਦੇ ਪੱਗ ਲਿਆਵਾਂਗੇ, ਹੈ ਨਹੀਂ ਜੀ, ਟਾਲਾ ਮਟੋਲਾ ਕਰਤਾ। ਸਰੋਂ ਦਾ ਹੀ ਬੂਟਾ ਖੜਿਆ ਸੀਗਾ, ਬਸ ਰੱਖਤਾ ਸਿਰ ਤੇ, ਕਹਿੰਦੇ ਖੇਡੋਗੇ ਸਾਰੇ ਸੰਸਾਰ ਤੁਹਾਡੀ ਕਥਾ ਦੀ ਖੁਸ਼ਬੂ ਸੁਗੰਧੀ ਮਹਿਕ ਉੱਡੂਗੀ। ਇਸ ਤਰ੍ਹਾਂ ਆਸ਼ੀਰਵਾਦ ਅਸੀਂ ਹਾਂ। 10 ਵੀ ਕਾਫੀ 4:30 ਵਜੇ 5 ਪੌਣੇ 5 ਦਾ ਉਹਨਾਂ ਦੀ ਸੰਗਤ ਵਿੱਚ ਰਿਹਾ। ਸਾਹਮਣੇ ਉਹਨਾਂ ਦੇ ਕਰਤਾਬ, ਉਹਨਾਂ ਦੇ ਕਿਰਿਆ, ਉਹਨਾਂ ਦੀ ਗੁਰਤ, ਉਹਨਾਂ ਦੀ ਰਹਿਤ ਬਹੁਤ ਪਰਪੱਕ ਦੇਖੀ। ਆਪਣੇ ਸਤਿਕਾਰ ਨਾਲੋਂ ਹੋਰ ਦਾ ਸਤਿਕਾਰ ਜ਼ਿਆਦਾ। ਆਏ ਗਏ ਦੀ ਸੇਵਾ ਬਹੁਤ ਕਰਨੀ, ਨਿਮਰਤਾ ਤੇ ਪੁੰਜ। ਉਹਨਾਂ ਨੇ ਆਪੇ ਮੈਨੂੰ ਚੰਗਿਆ, ਤੇਰੇ ਘਰ ਵਿੱਚ ਵਿਦਿਆ ਹੈ, ਡੇਰੇ ਵਾਲੇ ਨਹੀਂ ਤਾਂ ਛੱਡਦੇ ਹੁੰਦੇ, ਬੰਮਨ ਵੱਜ ਰਹੇ। ਉਹ ਚੱਲ
ਸਾਰਾ ਢਿੱਲਾ ਰਹਿੰਦਾ, ਵਿਦਿਆ ਲੈ ਲੈ। ਆਪੇ ਉਹਨਾਂ ਨੇ ਉਹ ਜਥੇ ਵਿੱਚ ਰੱਖ ਕੇ ਵਿਦਿਆ ਦਾਨ ਸੰਗਤ ਦੇ ਦਰਸ਼ਨ ਕਰਨ ਵਾਸਤੇ ਆਪ ਬਖਸ਼ਾਂ ਕੀਤੀਆਂ। ਬਹੁਤ ਜਾਣੀ ਜਾਨ, ਬਹੁਤ ਅਗਲੇ ਰੇਖਾ ਹੀ ਦੇਖ ਕੇ ਦੱਸ ਦਿੰਦੇ ਸੀ ਇਉਂ ਇਉਂ ਹੈ। ਬਹੁਤ ਇੱਕ ਸਮੁੰਦਰ ਦਾ ਗ੍ਰੰਥ ਹੈ ਸੰਸਕ੍ਰਿਤ ਦਾ, ਬਹੁਤ ਮਹਿੰਗਾ, ਉਹਨਾਂ ਨੇ ਦੇਖਿਆ ਹੋਇਆ ਸੀ। ਇਸ ਤਰ੍ਹਾਂ ਉਹਨਾਂ ਦੀ ਕਹਿਣੀ ਕਥਨੀ, ਉਹਨਾਂ ਦੀ ਰਹਿਤ ਬੈਤ, ਉਹਨਾਂ ਦੇ ਪਰਵ ਬੇਅੰਤ ਗੁਰਦੁਆਰੇ ਬਣਾਏ ਬਹੁਤ ਥਾਵਾਂ 'ਤੇ, ਬੜੀ ਗੋਤਰੀਆਂ ਕਰਾਈਆਂ ਕਈ ਥਾਵਾਂ 'ਤੇ, ਉਹਨਾਂ ਦੇ ਪੜ੍ਹਾਏ ਹੋਏ ਬੱਲੇ ਬੱਲੇ ਹਜ਼ਾਰਾਂ ਹੀ ਖੰਡ ਪਾਠੀ, 1.5 ਦਰਜਨ ਰੱਬ ਦੇ ਪਿਆਰੇ ਕਥਾਵਾਚਕ ਉਹਨਾਂ ਨੇ ਨਾ ਸੰਤ ਗਿਆਨੀ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਗੁਰਬਚਨ ਖਾਲਸਾ ਕਹਿੰਦੇ ਸਾਡੇ ਕੋਲ ਚਿੱਟ ਹੈ। ਸੰਤ ਸੁੰਦਰੀ ਮਹਾਂਪੁਰਖ ਨੇ 10 ਲੱਖਾਂ ਨੂੰ ਅੰਮ੍ਰਿਤ ਛਕਾਇਆ। ਫਿਰ ਸਾਉਣ ਨੂੰ ਆ ਗਏ ਸੀ, ਤਾਂ ਸਾਉਣ ਦੇ ਮਹੀਨੇ, ਸਾਉਣ ਦੇ ਸੰਗਰਾਂਦ ਨੂੰ ਇੱਥੇ ਆ ਕੇ ਆਓ ਜੀ, ਅੱਛਾ ਆ ਗਏ, ਅੱਛਾ ਡਿਊਟੀ ਲਾ ਦੀ, ਤੁਸੀਂ ਮਹਾਰਾਜ ਦਾ ਪ੍ਰਕਾਸ਼ ਕਰਨਾ, ਕੀਰਤਨ ਸ਼ੁਰੂ ਕਰਾਉਣਾ ਹੈ। 1 ਵਜੇ ਉੱਠ ਕੇ ਬੜਾ ਕਰਦੇ ਰਹੇ। ਬਹੁਤ ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਵਡਿਆਈ, ਉਹਨਾਂ ਦੀ ਮਹਿਮਾ ਉਹਨਾਂ ਨੂੰ ਬਣ ਸਕਦੀ ਹੈ। ਕਥ ਨਾ ਕਿਸੇ ਨਾ ਹੋਵੇ, ਉਹਨਾਂ ਦੀ ਪ੍ਰਭਤਾ ਨਾ, ਉਹਨਾਂ ਦੇ ਗੁਣ, ਉਹਨਾਂ ਦੇ ਪਰਉਪਕਾਰ ਕੋਈ ਦੱਸ ਨਹੀਂ ਸਕਦਾ। ਰਹੋ ਵਿਚਾਰ, ਜੇ ਉਹਨਾਂ ਦੇ ਵਿਚਾਰ ਕਰੀਏ, ਸਾਰੀ ਦਿਹਾੜੀ ਕਰੀਏ, ਇਹਦੇ 'ਚੋਂ ਇੰਨਾ ਗੁਣ, ਇੰਨੇ ਕੋਈ ਗੁਨਾਨ ਕੋਈ ਬਿਆਨ ਨਹੀਂ ਕਰ ਸਕਦਾ। ਆਪਾਂ ਹੁਣ ਜੋ ਸਿਰਮੁਖਾਕ ਹੈ ਉਹਦੇ ਕੋਈ ਵਿਚਾਰ ਕਰ ਲਈਏ, ਰਲ ਮਿਲ ਕੇ ਸੁਣ ਲਈਏ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਵੱਡ ਭਾਗੀ। ਰਾਗਣੀ ਦੇ ਵਿੱਚ ਮਹਾਰਾਜ ਜੋਤੀ ਸਰੂਪ ਜੋਤ ਰੂਪ ਆਪ ਪ੍ਰਗਟ ਕੀਤੀ। ਗੁਰੂ ਨਾਨਕ ਜੋਤ ਫਰਮਾਉਂਦੇ ਹਨ, ਗੁਰਪੂਰਾ ਮੇਰਾ ਗੁਰਪੂਰਾ, ਪੂਰੇ ਗੁਰੂ ਉਹ ਤਾਂ ਜਗਤ ਗੁਰੂ ਨਾਨਕ ਦੇਵ ਜੀ ਹੈ। ਜਿਵੇਂ ਅਧਿਆਤਮ ਪੁਰਾਣ ਵਿੱਚ, ਅਧਿਆਤਮ ਪੁਰਾਣ ਵਿੱਚ ਕੋ ਲਿਖੇ ਹੋਏ ਹਨ 3 ਪ੍ਰਕਾਰ ਦੇ ਗੁਰੂ ਦੇ ਲੱਛਣ। ਇੱਕ ਤਾਂ ਦੱਸਿਆ ਹੈ ਪੰਡਤ ਗੁਰੂ, ਇੱਕ ਵਧੂਤ ਗੁਰੂ, ਇੱਕ ਬ੍ਰਹਮਨੇਟਰੀ ਬ੍ਰਹਮ ਸੋਤਰੀ। ਵੱਖ-ਵੱਖ ਗੁਰੂਆਂ ਦੇ ਭੇਦ। ਪੰਡਤ ਗੁਰੂ ਵਿਦਿਆ ਬੜੀ ਪੜ੍ਹੀ ਹੈ, ਖੱਟ ਸ਼ਾਸਤਰੀ, ਪਰ ਉਹ ਕਮਾਈ ਨਹੀਂ ਕੀਤੀ। ਅਣਤਾਰੂ ਵਾਂਗ ਹੈ। ਜਿਵੇਂ ਕੋਈ ਅਣਤਾਰੂ ਬੰਦਾ ਨਦੀ ਕੰਢੇ ਬੈਠਾ ਦੱਸੇ ਵੀ ਮੈਂ ਲੰਘਦੇ ਦੇਖੇ ਇਸ ਤਰ੍ਹਾਂ ਉਹਦੇ ਆਖਣ ਦੇ ਨਾਲ ਤਾਂ ਪਾਰ ਹੋ ਜਾਊ ਕੋਈ। ਇਸ ਤਰ੍ਹਾਂ ਜੁਗਤੀ ਦਲੀਲ ਬੜੇ ਸੰਕੇ ਦੂਰ ਕਰ ਸਕਦਾ ਹੈ, ਪਰ ਜਿਹੜਾ ਆਪ ਲੰਘਿਆ ਨਹੀਂ, ਇਤਨਾ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਨਹੀਂ, ਵਿਸ਼ੇ ਵਾਸਨਾ ਤਾਂ ਸ਼ਾਂਤ ਨਹੀਂ ਹੋਈ, ਆਪ ਮੁਕਤ ਹੋ ਨਹੀਂ ਰਿਹਾ, ਉਹ ਤਾਂ ਕੋਈ ਪ੍ਰੇਮੀ ਉਹਦੀ ਦਸੀ ਕਮਾਈ ਕਰਕੇ ਤਰਦਾ। ਅੱਗੇ ਆਉਂਦਾ ਇੱਕ ਅਵਧੂਤ ਗੁਰੂ, ਅਨਪੜ੍ਹ ਹੁੰਦੇ, ਕਮਾਈ ਬੜੀ ਹੁੰਦੀ ਹੈ। ਉਹ ਇਸ਼ਾਰਿਆਂ ਨਾਲ ਬੜਾ ਕੁਝ ਦੱਸਦੇ। ਉਹ ਅਵਧੂਤ ਗੁਰੂ ਜੀ ਮੈਂ ਸਾਸ ਦੀ ਸੋਟੀ ਪਾਣੀ ਦੇ ਤਰੇ, ਕੋਈ ਮੱਛਰਿਆ ਕਿੱਲੇ ਠੁਕਿਆ ਹੋਇਆ ਪਾਰ ਕਰ ਸਕਦਾ ਨਹੀਂ। ਇਸ ਤਰ੍ਹਾਂ ਕੋਈ ਸ਼ੰਕਾ ਛੱਡ ਕੇ ਉਹਨਾਂ ਦੇ ਬਚਨਾਂ 'ਤੇ ਜੁੜ ਹੋਏ ਤਰ ਸਕਦਾ, ਵਰਨਾ ਨਹੀਂ। ਬ੍ਰਹਮ ਨੇਤਰੀ ਬ੍ਰਹਮ ਸਰੋਤਰੀ
ਬ੍ਰਹਮ ਤੇ ਨਿਸ਼ਚਾਰ ਕਰਨ ਵਾਲੇ, ਬ੍ਰਹਮ ਦਾ ਹੀ ਜਾ ਸੁਣਨ ਵਾਲੇ, ਬ੍ਰਹਮ ਵਿਚਾਰ ਵਿਚਾਰੇ ਕੋਈ। ਸਜਾਤੇ ਵਿੱਚ ਤਾਂ ਪ੍ਰਵਾਹ ਤੇ ਜਾਤੇ ਵਿੱਚ ਤਿਰਸਕਾਰ ਕਰਕੇ ਜੋਤੀ ਨਾਲ ਜਿਹੜਾ ਜੀਵੀ ਏਕਤਾ ਜਲਾਵੇ, ਬ੍ਰਹਮ ਦਾ ਉਪਦੇਸ਼ ਕਰੇ, ਉਹ ਹੁੰਦੇ ਬ੍ਰਹਮ ਲਾਟੇ। ਪੂਰਾ ਗੁਰ ਭੇਟੇ ਵਡਭਾਗੀ, ਪੂਰੇ ਗੁਰੂ ਤਾਂ ਗੁਰੂ ਨਾਨਕ ਦੇਵ ਜੀ ਹਨ, ਅਕਾਲ ਪੁਰਖ ਹਨ। ਹੋਰ ਤਾਂ ਸਾਧ ਸੰਗਤ ਜੀ ਗੁਰੂ ਹੁੰਦਾ ਚੇਤਨ, ਅਤੇ ਗਿਰਤਾ ਤੋਂ ਗੁਰਪਦ ਬਣਿਆ। ਗੁਰ ਦਾ ਅਰਥ ਹੈ ਨਿਗਲਣਾ, ਭਾਰੇ ਵੱਡੇ ਪਹਾੜ। ਇਸ ਤਰ੍ਹਾਂ ਅਗਿਆਨ ਨੂੰ ਨਿਗਲਣ ਵਾਲੇ ਗੁਰੂ ਜੀ ਜਿਗਿਆਸੂ ਦੇ ਗਿਆਨ ਨੂੰ ਖਤਮ ਕਰ। ਸਭ ਤੋਂ ਵੱਡਾ ਸਵਜਨ ਕਰ ਰਾਖੀ ਮੇਰੀ, ਤੂੰ ਮੇਰੇ ਪਰ ਤੋਟ ਗਈ ਮੈਂ ਤੇਰੀ, ਨਾ ਤੂੰ ਡੋਲੋ ਰਾਮ ਕੇ ਰਾਖ ਮੇਰੀ, ਰਾਖ ਨਹੀਂ ਮੇਰੀ। ਇਸ ਤਰ੍ਹਾਂ ਸਭ ਤੋਂ ਵੱਡਾ ਗੁਰਬਾਣੀ ਰੂਪ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਔਰ ਸਾਰੇ। ਇਸ ਤਰ੍ਹਾਂ ਪੂਰਾ ਗੁਰੂ ਅਕਾਰਪੁਰ ਦੀ ਜੋਤ, ਪਰਮਾਤਮਾ ਰੂਪ ਗੁਰ ਪੂਰਾ ਭੇਟੇ ਵਡਭਾਗੀ। ਵਡਭਾਗੀ ਕੌਣ ਹੁੰਦਾ? ਨਿਸ਼ਕਾਮੀ। ਸਾਧ ਸੰਗਤ ਪਾਇਆ ਸਹੀ ਵਡਭਾਗੇ, ਨਿਸ਼ਕਾਮੀ। ਸੰਗਤ ਕਰਦੇ ਹਾਂ, ਸੰਗਤ ਕਰਦਿਆਂ ਸੰਗਤ ਦੇ ਪ੍ਰਭਾਵ ਕਰਕੇ ਗੁਰੂ ਦੇ ਲੜ ਲੱਗ ਗਏ, ਨਾਮ ਅਭਿਆਸ ਕੀਤਾ, ਉਹਨਾਂ ਨੂੰ ਗੁਰਮਤਿ ਅਨੁਸਾਰ ਪੂਰੇ ਗੁਰੂ ਜੀ ਪ੍ਰਾਪਤ ਹੋ ਗਏ। ਮਨ ਹੈ ਭਇਆ ਪ੍ਰਗਾਸਾ, ਫਿਰ ਕੀ ਲਾਭ ਹੋਇਆ? ਮਨ ਹੈ ਭਇਆ ਪ੍ਰਗਾਸਾ। ਗੁਰਾਂ ਦੇ ਗਿਆਨ ਦੁਆਰਾ, ਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਵਿੱਚ, ਹਿਰਦੇ ਕਾਸ ਵਿੱਚ ਗਿਆਨ ਦਾ ਸੂਰਜ ਚੜ੍ਹ ਗਿਆ। ਹਰ ਗਿਆਨ ਦਾ ਸੂਰਜ ਚੜ੍ਹਦਾ ਮਨ ਪ੍ਰਗਾਸਾ। ਇਸ ਪ੍ਰਕਾਸ਼ ਤੋਂ ਪਰੇ, ਪ੍ਰਕਾਸ਼ ਕਈ ਤਰ੍ਹਾਂ ਦੇ ਮੰਨੇ ਹਨ। ਚੰਦਰਮਾ, ਸੂਰਜ, ਅੱਗ ਪ੍ਰਕਾਸ਼, ਇਹ ਤਾਮਸੀ ਤਾਮਸੀ ਪ੍ਰਕਾਸ਼ ਹਨ। ਇਹ ਤੋਂ ਅੱਗੇ ਜਿਹੜਾ ਬਿਰਤੀ ਚਕਾਣੀ, ਉਹ ਫਿਰ ਅੱਗੇ ਜਠਰਾਕਨ ਅੱਗ, ਮਾਂ ਦੇ ਉਹਦੀ ਜਿਹੜੀ ਹੁੰਦੀ ਹੈ ਬੱਚੇ ਦੇ ਜਿਹੜੇ ਸਰੀਰ ਨੂੰ ਪਕਾਉਂਦੀ ਹੈ, ਜਠਰਾਗਨ ਆਦਿ, ਉਹ ਰਜੋਗੁਣੀ ਪ੍ਰਕਾਸ਼ ਹੈ। ਅੱਗੇ ਨਾਮ ਦੁਆਰਾ ਬਿਰਤੀ ਨੇ ਇਕਾਗਰ ਹੋ ਕੇ ਸਾਵਧਾਨ ਕਰ, ਨਿਰਵਿਕਲਪ ਸਾਵਧਾਨ ਇਕਾਗਰ ਚੀਤ ਟਿਕ ਜਾਣਾ, ਉਹ ਹੁੰਦਾ ਅਸਲੀ ਪ੍ਰਕਾਸ਼। ਉਹ ਪ੍ਰਕਾਸ਼ ਹਿਰਦੇ ਕਾ ਪ੍ਰਕਾਸ਼ ਹੋਣ ਤੋਂ ਗਿਆਨ ਰੂਪੀ ਸੂਰਜ ਚੜ੍ਹਨ ਤੋਂ ਡੰਪ ਖੰਡ ਤਾਰੇ, ਵਿਦਿਆ ਰੂਪ ਰਾਤ, ਅਗਿਆਨ ਦਾ ਹਨੇਰਾ, ਆ ਸਾਰਾ ਉੱਡ ਜਾਂਦਾ ਹੈ। ਸਾਰੇ ਤਿਰੋਧਾਨ ਹੋ ਜਾਂਦੇ ਹਨ। ਮਾਇਆ ਦਾ ਮੋਹ ਫਿੱਕਾ ਪੈ ਜਾਂਦਾ, ਚੰਗੇ ਨਹੀਂ ਲੱਗਦੇ। ਡੰਪ ਖੰਡ ਤਾਰੇ ਤਿਰੋਧਾਨ ਹੋ ਜਾਂਦੇ ਹਨ। ਉਹ ਪ੍ਰਕਾਸ਼ ਹੈ ਠੰਡਾ, ਉਹ ਇਹਨਾਂ ਪ੍ਰਕਾਸ਼ ਦਾ ਪਰੇ ਉਹ ਪ੍ਰਕਾਸ਼ ਹੋ ਗਿਆ ਜਿਗਿਆਸੂ ਨੂੰ। ਕੋਏ ਨਾ ਪਹੁੰਚਨ ਹਾਰਾ ਦੂਜਾ, ਜਿਹਨੂੰ ਪ੍ਰਕਾਸ਼ ਹੋ ਗਿਆ ਨਾ, ਪ੍ਰਕਾਸ਼ ਹੋ ਦੂਜਾ ਦਵੈਤ ਵਾਲਾ। ਕਈ ਦਵੈਤ ਸਾਰੀ ਬੜੀ ਈਰਖਾ, ਬੜੀ ਦਵੈਤ ਵਿੱਚ ਬਹੁਤ ਜ਼ਿੰਦਗੀ ਬਰਬਾਦ ਕਰਦੇ, ਖੌਰੂ ਬੜਾ ਪਾਉਂਦੇ हैं।
ਨਿੰਦਿਆ ਨੁੰਦਿਆ ਆਪਣੇ ਪਿਓ ਦੀ ਵੀ ਕਰਦੇ, ਭਰਾਵਾਂ ਦੀ ਵੀ ਛੱਡਦੇ ਨੇ ਕਿਸੇ ਨੂੰ। ਉਹ ਦਵੈਤੇ ਨਹੀਂ ਉੱਥੇ ਪੁੱਛ ਸਕਦੇ। ਜਿਹੜੇ ਦੇਵੀ ਦੇਵਤਿਆਂ ਦੇ ਪਾਸਖਾਨ ਉਹ ਨਹੀਂ ਉੱਥੇ ਪੁੱਜ ਸਕਦੇ। ਉਸ ਗੁਰਮੁਖ ਦੇ ਸਮ ਬਰਾਬਰ ਪੁੱਜ ਜੋ ਕੋਈ। ਕਬੀਰ ਨੂੰ ਸੀ ਉਹ ਪ੍ਰਕਾਸ਼, ਕੋਈ ਪੂਜਾ ਕਬੀਰ ਦੇ ਇਸ ਬਰਾਬਰ ਕੋਈ ਹੋ ਸਕਿਆ ਜਾਂ ਉਹ ਤਾਂ ਗਿਆਨ ਸਰੂਪ ਹੈ ਗੁਰੂ ਜੀ। ਗੁਰਾਂ ਦੇ ਬਰਾਬਰ ਕੋਈ ਪੁੱਜ ਜੋ। ਜੇ ਮੈਂ ਅਚਲ ਬਟਾਲੇ ਗੁਰਦੁਆਰਾ ਹੈਗਾ ਇੱਕ, ਬਟਾਲਾ ਹੀ ਕਹਿੰਦੇ ਹਨ, ਉੱਥੇ ਆ ਗਏ ਸਿੱਧ ਆਖਣ ਲੱਗੇ ਜੀ ਇਉਂ ਕਰੋ, ਅਸੀਂ ਲੁਕਦੇ ਹਾਂ, ਤੁਸੀਂ ਸਾਨੂੰ ਲੱਭਿਓ। ਕਹਿੰਦੇ ਅੱਛਾ। ਉਹ ਸਮੁੰਦਰਾਂ ਪਹਾੜਾਂ ਵਿੱਚ ਸੂਖਮਤੀਆਂ ਧਾਰ ਕੇ ਜਾ ਲੁਕੇ। ਪਰ ਗਿਆਨ ਸਰੂਪ ਮਹਾਰਾਜ ਤੇ ਪਾਤਸ਼ਾਹ ਗੁਰੂ ਨਾਨਕ ਦੇਵ ਨੇ ਮੁੱਛਾਂ ਤੇ ਪਕੜ ਕੇ ਥਾਂ ਇਕੱਠੇ ਕਰਤੇ, ਬੜੇ ਸ਼ਰਮਿੰਦੇ ਹੋਏ। ਫਿਰ ਆਖਣ ਲੱਗੇ ਮਹਾਰਾਜ ਹੁਣ ਤੁਸੀਂ ਲੁਕੋ, ਅਸੀਂ ਲੱਭਾਂਗੇ। ਮਹਾਰਾਜ ਕਹਿੰਦੇ ਜੇ ਅਸੀਂ ਨਾ ਲੱਭੇ, ਇਉਂ ਕਰਿਓ ਭਾਈ ਬਾਲੇ ਜੀ ਤੋਂ 5 ਪੈਸੇ ਰੱਖ ਕੇ ਅਰਦਾਸ ਕਰਾਇਓ, ਅਸੀਂ ਫਿਰ ਪ੍ਰਗਟ ਹੋ ਜਾਵਾਂਗੇ। ਮਹਾਰਾਜ ਨੇ ਤੱਤਾਂ ਵਿੱਚ ਤੱਤ ਮੇਲਤੇ, ਜੋਤੀ ਵੀ ਜੋਤ ਮਿਲਾਤੀ। ਉੱਥੇ ਕੀ ਲੱਭਣਾ ਸੀ? ਆਕਾਰਾਂ ਵੀ ਆਕਾਰ ਮਿਲਾਤੇ। ਹੰਭ ਗਏ ਕੁਝ ਵੀ ਬਣਿਆ ਨਾ। ਫਿਰ ਭਾਈ ਬਾਲੇ ਤੋਂ ਅਰਦਾਸ ਕਰਾਈ ਸੀ, ਪਰ ਇਸ ਤਰ੍ਹਾਂ ਗੁਰਾਂ ਦੇ ਸੁਦਾਸਾ, ਗੁਰਾਂ ਦੇ ਸੁਦਾਰ ਕਿਹੜਾ ਪੁੱਛ ਸਕਦਾ? ਬੜੇ ਬੜੇ ਗੌਸ ਪੀਰ ਨਹੀਂ ਪੁੱਛ ਸਕੇ, ਬਹੁਤ ਕੋਈ ਪੁੱਜ ਨਹੀਂ ਸਕਿਆ ਦਸਤਗੀਰ ਵਰਗੇ। ਆਪਣੇ ਸਾਹਿਬ ਕਾ ਭਰਵਾਸਾ, ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਦੇ ਪ੍ਰਕਾਸ਼ ਹੋਇਆ ਵਿਸ਼ਵਾਸ ਹੈ ਬਿਲਕੁਲ। ਜੋ ਅਕਾਲ ਪੁਰਖ ਵਾਹਿਗੁਰੂ ਮਾਲਕ ਹੈ ਨਾ, ਜਿਵੇਂ ਬੱਚੇ ਨੂੰ ਆਪਣੇ ਮਾਂ ਪਿਓ 'ਤੇ ਵਿਸ਼ਵਾਸ ਹੁੰਦਾ, ਇਤਨਾ ਵਿਸ਼ਵਾਸ ਹੈ ਉਹਨਾਂ ਨੂੰ ਆਪਣੇ ਮਾਲਕ 'ਤੇ। ਸਦਾ ਨਿਕਟ ਨਿਕਟ ਕਰਕੇ ਜਾਣਦੇ ਹਨ, ਸਦਾ ਹਾਜ਼ਰ ਹੈ ਨਾਜ਼ਰ। ਭਰੋਸਾ ਹੈ, ਵਿਸ਼ਵਾਸ ਹੈ ਉਹਨਾਂ ਗੁਰਮੁਖਾਂ ਤਾਈਂ। ਆਪਣੇ ਸਤਿਗੁਰ ਕੈ ਬਲਿਹਾਰੈ। ਸਾਧ ਸੰਗਤ ਜੀ, ਜੇ ਆਪਣੇ ਹੈ ਤਾਂ ਗੁਰੂ ਹੀ ਹਨ, ਹੋਰ ਤਾਂ ਉਹੀ ਹੈ। ਜੇ ਆਪਣੇ ਗੁਰੂ ਹਨ, ਅਖੀਰ ਵਿੱਚ ਮਰੀਜ਼ ਹੋਣ ਤੋਂ, ਮੰਜੇ 'ਤੇ ਪੈਣ ਤੋਂ ਬਣਦਾ ਕੋਈ ਆਪਣਾ? ਜਾਵੇ ਨੇੜੇ ਸੰਗ ਛੱਡ ਭਾਗੇ। ਗੁਰੂ ਜੀ ਹਨ। ਜਿਵੇਂ ਸਾਧ ਸੰਗਤ ਜੀ ਬ੍ਰਾਹਮਣ ਉੱਤੇ ਬਿਪਤਾ ਪੈ ਗਈ ਕਸ਼ਮੀਰ ਵਿੱਚ, ਬਹੁਤ ਜਨੇਊ ਲੱਥ ਰਹੇ ਹਨ। ਬਦਰੀਨਾਥ 'ਤੇ ਜਾ ਕੇ ਉਹਨੇ ਬੜਾ ਧਰਨਾ ਮਾਰਿਆ, ਭੋਲੇਨਾਥ ਸ਼ਿਵ ਸ਼ੰਭੂ, ਭੁੱਖ ਹੜਤਾਲ ਬੜੀ ਕੀਤੀ। ਉਸਨੇ ਅਮਰਾਵਤੀ ਭਾਸ਼ਾ ਵਿੱਚ ਚਿੱਠੀ ਸਿਰ 'ਤੇ ਹੇਠਾਂ ਕਹਿੰਦੇ ਨਰੰਗੇ ਦਾ ਇੰਨਾ ਦਾਨ ਪੁੰਨ ਹੈ, ਪਿਛਲਾ ਪੈਨਾ ਝਾਕ ਨਹੀਂ ਸਕਦੇ। ਕੋਈ ਦੇਵੀ ਦੇਵਤਾ ਤੁਹਾਡੀ ਰੱਖਿਆ ਕਰਨ ਸਮਰੱਥ ਹੈ। ਹਾਂ, ਗੁਰੂ ਨਾਨਕ ਦੇਵ ਦੀ ਜੋਤ ਨਵੇਂ ਪਾਤਸ਼ਾਹ ਹਨ। ਵੇਖ ਲਓ, ਆਪ ਕਾਰ ਕੀਤੀ, ਉਹਨਾਂ ਦੀ ਰੱਖਿਆ ਹੋਈ। ਕਈ ਆਪਣੇ ਦੇਵੀ ਦੇਵਤਿਆਂ ਨੂੰ ਵੀ ਬਣਾਈ ਫਿਰਦੇ ਹੈ, ਕੋਈ ਦੇਹਧਾਰੀਆਂ ਨੂੰ ਬਣਾਈ ਫਿਰਦੇ ਹੈ ਉਹਨਾਂ ਦੀ ਪਹੁੰਚ ਉੱਥੇ, ਉਹ ਵੀ ਦਿਲਾਸੇ ਦਿੰਦੇ हैं। हाँ जी, जो कि माल हमारा सो उठ पेट हमारी की जय।
अमरो ध्यान करो निस्वा और को नाम ना भूल के लीजै। बड़ा पखंड चलता, फोटो दिंदे हैं। साडा ही ध्यान करो, जेड़ा कोई माल पदार्थ है ट्राली ते लिया लद, साडी भेटा करो, साडा ध्यान करो। इस तरह बड़े हैं पर साध संगत जी अगे सच्चे सच निबड़े। वो सच्चे दीवान में पला ना पकड़े कोई, उत्थे नहीं कोई पूज सकते है जे डंबी पखंडी। जे हैं तो हैं सानू गुरु ग्रंथ से सामने सन्मुख लाया जोड़िया। नाले 5 प्यारा राही हजूर साहब विच दोहरा उत्थे हैगा। जदों दोहरा पढ़िया 5 प्यारा राही बड़े कमाई वाले नाल आए हैं, और देव सिंह वर्गे आ गया भाई कहा कि तभी चलावे पंथ साहब से गुरु मानियो ग्रंथ। बल्ले बल्ले जिन्हों की सालाना वारसी ते बैठे ना, इन्ना सत्कार गुरबाणी का कोई देखा नहीं, कर भी नहीं सकता। बिल्कुल है, बहुत सत्कार। वेख लो 25 पत्रे रोज़ करते आ, 25 पन्ने महाराज की हजूरी में बैठे रहते सी। फिर उठ के चौर कर लग जाना, करते बाद औंगलियां दे उत्ते गुरु नानक देव जी मैं तेरा है, गुरु अंगद देव जी मैं तेरा है, गुरु अमरदास जी मैं तेरा है, गुरु रामदास जी मैं तेरा है, गुरु अर्जन देव मैं तेरा है, मेरे बिरत मैं तेरा है, हर आइए तेरा है, हर मेरा तेरा तेरा है। इतनी करी जाना। उस वेले तो चौर करते थे ना, कहते थे चेहरे ते नहीं लल कोई देख नहीं सकता सीगा। उही कुदरती तौर पर मारो चेहरा बड़ा भारी सी, नेत्री बड़े तारे से। कहीं तो देख देख ही बहुत ध्यान कर लेंदे सी। ऐसा सीगा, बड़ा सत्कार, बहुत सत्कार रखते गुरबाणी का, बहुत ज़्यादा ही। इस तरह आयो सुन पढ़ को बाणी, नाम विसार लगा बिरता जन्म सरानी आप सारे नहीं करते। अमृतधारियों ने पूछी है, कहते चौपाई पढ़ ली दिया, जपजी पढ़ लिया। वो बड़ा प्यो दादे कहता मेरा मन प्यारदाना। बल्ले बल्ले प्यो गुरु अंगद देव जी, दादे गुरु नानक देव जी, गुरु अमरदास, गुरु रामदास, खजाना बाणी। वो कई का ख्याल है नहीं। देख लो मरिया ते लाने का पाठ गुरु घर होना, अंत में अरदास इत्थे ही होनी है, सारा कुछ इत्थे ही होना, पाठ भी इत्थे ही रखांदे आ फिर गुरु घर विच। पर आपां कोई इन्ने गलत के पोतरे हैं, इन्ने गलत के पोतरे हो गए हैं। कहते बेले नहीं, बेले नहीं, बहुत सोच की गल है। जे गुरबाणी गुरु रूप है, जे पढ़न की बेल नहीं, फिर महाराज सच्चे पातशाह कारज करन की बेल किवें कढणगे। आपां नूं इन्हां महापुरखां दे सालाना बरसे तो उन्हां दे पाए नक्शे करम कमाइयां करना, बड़ा कुदरत उन्हां दी कष्टां सुनो। कदे हंगता पवाए नहीं, भावें किते किते भी फुरिए नहीं। इन्हें निमता सुजूत होई पानी दे, इन्हें 100 बाल्टी पवाते होंदे सी स्नान वेले, 100 बाल्टी। उदों 5 ग्रंथ का पाठ कर लेंदे, 5 ग्रंथी का जिन्ने वो बाणी पढ़ते
ਗੁਰੂ ਗ੍ਰੰਥ ਸਾਹਿਬ ਤਕਰੀਬਨ ਕੰਠੇ ਸੀਗਾ। ਇੱਕ ਪੱਤਰੇ ਦੀ ਪਹਿਲੀ ਪੰਕਤੀ ਦੇਖ ਲੈਣੀ ਹੈ, ਬਸ ਫਿਰ ਤਾਂ ਆਪੇ ਆਪ ਐਟੋਮੈਟਿਕ ਹੈ। ਬਹੁਤ ਕਮਾਲ, ਬਹੁਤ ਕਰਨਾ। ਗੁਰਬਾਣੀ ਤੇ ਬਾਲੀ ਸਰਦਾ ਬਹੁਤ ਜ਼ਿਆਦਾ ਹੀ ਰੱਖਦੇ ਸੀ। ਆਪਣੇ ਸਤਿਗੁਰ ਕੈ ਬਲਿਹਾਰੈ। ਆਪਾਂ ਵਾਰੀ ਤਰਾੜ ਸਾਧਨਾ ਰੂਹਾਨੀ ਜਸਮਾਨੀ ਤਾਕਤ ਭਰਾਵਾਂ ਦੀ ਤਾਕਤ ਹੋਰ ਜਸਮਾਨੀਆਂ ਤਾਕਤਾਂ ਕੁਰਬਾਨ ਕਰੀਏ, ਆਪਾਂ ਜਾਰੀਏ ਕੁਰਬਾਨ ਕਰੀਏ। ਰੋਣ ਆਪਣੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਰਾਮਦਾਸ ਜੀ ਤੋਂ। ਆਗੈ ਸੁਖ ਪਾਛੈ ਸੁਖ ਸਹਿਜਾ। ਲੋ ਜੇ ਆਪਾਂ ਵਰਾਂਗੇ ਪਾਤਸ਼ਾਹ ਇੱਥੇ ਬੜਾ ਸੁਖ ਹੋਏਗਾ, ਮਨੁੱਖ ਦੇ ਲੇਖੇ ਲੱਗ ਜਾਊ। ਅੱਗੇ ਪ੍ਰਲੋਕ ਵਿੱਚ ਬੜਾ ਸੁਖ, ਇੱਥੇ ਮਨੁੱਖ ਸੇਠ ਜੀਵਨ ਮੁਕਤੀ, ਜੀਵਨ ਦੇ ਮੁਕਤ ਹੋਣਾ। ਅੱਗੇ ਆਪੇ ਦੇ ਸਰੂਪ ਵਿੱਚ ਮਿਲ ਜਾਣਾ ਸਹਿਜ ਹੀ। ਇੱਥੇ ਸੰਸਾਰਾਕਾਰ ਬਿਰਤੀ ਵਿੱਚ ਵੀ ਅਤੇ ਬ੍ਰਹਮਾਕਾਰ ਬਿਰਤੀ ਵਿੱਚ ਸੁੱਖ ਹੀ ਸੁੱਖ ਹੈ। ਸਹਿਜ ਸਰੂਪ ਦਾ ਗਿਆਨ ਹੋਣ ਤਾਂ, ਸੁਖ ਸਰੂਪ ਦਾ ਗਿਆਨ ਸ਼ਾਂਤੀ ਹੋਣ ਤਾਂ ਉਹ ਸਹਿਜ ਸਰੂਪ ਦਾ ਰੂਪੇ ਹੋ ਜਾਣਗੇ। ਘਰ ਆਨੰਦ ਹਮਾਰੇ। ਹਮਾਰਾ ਫਰਮਾ ਰਹੇ ਹਨ ਪੰਜਵੇਂ ਪਾਤਸ਼ਾਹ, ਸਾਡੇ ਸੰਗਤ ਘਰ ਵਿੱਚ ਬੜਾ ਆਨੰਦ ਹੈ। ਕਹਿੰਦੇ ਬਿਰਤੀ ਬਹੁਤ ਜੁੜਦੀ ਹੈ। ਏਕ ਪਲ ਸੁਖ ਸਕੋਟ ਬਕੁੰਠਾ ਪਾਏ। ਜਿਹੜੇ ਬ੍ਰਹਮ ਗਿਆਨੀ ਤੱਤ ਬੇਤੇ ਹੈ, ਉਹਨਾਂ ਦੀ ਬਿਰਤੀ ਜੋਣ ਤੋਂ ਬ੍ਰਹਮਾ ਨੂੰ ਸੌਖਾ ਜਿਹਾ ਭਾਲਦੇ ਕਹਿੰਦੇ ਹਨ। 14 ਵਾਰੀ ਅੱਖ ਪੁਰਖਣ ਤੋਂ ਬ੍ਰਹਮ ਗਿਆਨੀ ਨੇ ਨਾ ਸੌਖਿਆ। ਬ੍ਰਹਮਾ ਨੂੰ ਸਾਰੀ ਉਮਰ ਨਹੀਂ ਹੋ ਸਕਦਾ। ਘਰ ਆਨੰਦ ਹਮਾਰੇ। ਸੰਗਤ ਘਰ ਵਿੱਚ ਸੈਂਕੜੇ ਗੁਣਾ ਵੱਧ ਫਲ ਹੈ। ਘਰ ਵਿੱਚ ਬਾਣੀ ਪੜ੍ਹ ਕੇ ਦੇਖ ਲਓ, ਮਾਹੌਲ ਪ੍ਰਭਾਵਿਤ। ਕਦੇ ਬੀਬੀਆਂ ਮਾਈਆਂ ਦਾ ਬੱਚਿਆਂ ਵਾਲੇ ਪਾਸੇ, ਲੰਗਰ ਵਾਲੇ ਪਾਸੇ, ਰਸੋਈ ਬੰਦਿਆਂ ਦਾ ਤਾਂ ਬੁਰਾ ਹਾਲ ਹੈ। ਉੱਥੇ ਜਾਣਾ ਇੱਥੇ ਜਾਣਾ। ਗੁਰੂ ਘਰ ਵਿੱਚ ਬਾਣੀ ਪੜ੍ਹਨ ਤੋਂ ਸੈਂਕੜੇ ਗੁਣਾ ਵਧੇਰੇ ਫਲ ਹੈ। ਰੰਗ ਲਾਗਤ ਹੈ, ਭਲਮ ਭਾਤ ਪਾਏ। ਇੱਥੇ ਹੀ ਰੰਗ ਲੱਗਣਾ ਹੈ। ਰਹਿਣੀ ਬਹਿਣੀ ਸਹਿਣੀ। ਸਾਨੂੰ ਜਗਿਆਸੂਆਂ ਨੂੰ ਕਹਿੰਦੇ ਸੰਗਤ ਘਰ ਵਿੱਚ ਬੜਾ, ਹਿਰਦੇ ਘਰ ਵਿੱਚ ਬੜਾ ਆਨੰਦ ਹੈ। ਤੁਰਿਆ ਵਾਸਤਾ ਵਿੱਚ ਬੜਾ ਆਨੰਦ ਹੈ। ਸਰੂਪ ਵਿੱਚ ਬੜਾ ਆਨੰਦ ਹੈ। ਰਹਾਉ ਅੰਤਰਜਾਮੀ ਕਰਨੈ ਹਾਰਾ। ਉਹ ਜਾਣੀ ਜਾਣੇ ਬ੍ਰਹਮ ਗਿਆਨ ਦੇਣ ਵਾਲਾ, ਮੁਕਤੀ ਕਰਨ ਵਾਲਾ, ਉਤਪਤ ਲੈਤ ਕਰਨ ਵਾਲਾ। ਉਹ ਜਾਣੀ ਜਾਣ ਪਰਮਾਤਮਾ ਹੈ। ਸਾਰਿਆਂ ਦੇ ਕਰਮ ਵਾਲੇ ਸਾਰੇ ਦੇਖਦਾ, ਸਤ ਸੁਣਦਾ, ਸਤ ਵੇਖਦਾ। ਉਹ ਜਾਣੀ ਜਾਣ ਪਰਮਾਤਮਾ ਹੈ। ਸੋਈ ਖਸਮ ਹਮਾਰਾ। ਉਹ ਸਾਡਾ ਤਮਾਮ ਦਾ ਖਸਮ ਹੈ, ਵਾਲੀ ਵਾਰਸ ਹੈ। ਸਾਥ ਲੜੇ ਪੇੜ ਘੜੀ ਦਰਿਆਓ। ਸੰਸਾਰਕ ਪਤੀ ਤਾਂ ਜਿਉਂਦੇ ਬੜੇ ਤੰਗ ਕਰਦੇ, ਬੜੇ ਤੰਗ ਸਰਾਬਾ ਪੀ ਕੇ ਬਹੁਤ ਤੰਗ ਕਰਦੇ। ਕਈ ਬੀਬੀਆਂ ਨੂੰ ਤਾਂ ਜੇਲ੍ਹ ਬਹੁਤ ਤੰਗ ਕਰਦੇ, ਸ਼ਰਾਬ ਗੰਦੀਆਂ ਗਾਲਾਂ ਬੜਾ ਪੈ। ਇਹ ਪਤੀ ਤਾਂ ਮਤ ਬੁਲਾਤੀ। ਕੋਈ ਜੋੜੀ ਸੁਖ ਸ਼ਾਂਤੀ ਨਾਲ, ਰੱਬ ਦੀ ਮਿਹਰ ਨਾਲ, ਏਕਤਾ ਸਪਾਕ ਨਾਲ, ਉਹਦੇ ਵਰਗੇ ਤਾਂ ਸਵਰਗ ਹੈ। ਅਸਲੀ ਖਸਮ ਹਮਾਰਾ ਪਰਮਾਤਮਾ। ਉਹ ਸਭਨਾ ਦਾ ਸਭਨਾ ਇੱਕ ਪਤਾਰੋ ਰਾਮ। ਉਹ ਪਰਮਾਤਮਾ ਪਤੀ ਹੈ ਸਾਡਾ ਸਾਰਿਆਂ ਦਾ ਹੀ। ਨਿਰਭਉ ਭਏ ਗੁਰ ਚਰਣੀ ਲਾਗੇ। ਲੋ ਮਹਾਰਾਜ ਕਹਿ ਰਹੇ, ਇਹ ਪੈ ਪ੍ਰਲੋਕ ਵੈ ਜਨ ਬੇਦਨਾ ਜਾਤ। ਅਨਰਥ ਅਕਸ ਮਾਤਰੇ ਸਾਥ। 7 ਤਰ੍ਹਾਂ ਦਾ ਡਰ ਰਹਿੰਦਾ ਹਰ ਇੱਕ ਮਾਈ ਭਾਈ ਨੂੰ। ਇਹ ਪੈ ਕਹਿੰਦੇ ਸਾਡਾ ਕੋਈ ਕਲੈਣਾ ਕੋੜੀ ਮੁੰਡਾ ਕੋਈ ਇਹੋ ਜਿਹਾ ਕੰਮ ਨਾ ਕਰ ਬੈਠੇ।
कोई आस के मोसी गड्डी गुड्डी हेठा कोई वो ना हो जाए, कोई आमली शामली ना हो जाए, कलंक ना घटे। ये परलोक परलोक है, उत्थे पता नहीं की होना, धर्मपुरी भी जाना, लेखा रब मगज कड़ा बैठा कट बही हिसाब होना, पता नहीं की बनना है। साढ़े पुठे का काम बहुत है, बड़ी शराबां डाइयां, बड़े झाड़े, बड़े अमल, बड़ा कुछ गरीब मार के दी ताड़ भी हो गए, बड़ा तंग किया दुनिया नूं, पता नहीं की बनना। बनना तो उत्थे फिर सजा ही मिलनी है। रब की दरगाह है। निरपौ भये गुरु चरणी लागे। निरपौ जपै सकल भौ मिटै, प्रभ प्राणी प्रभ किरपा प्रभ किरपा प्राणी छुटै। ਇਹ ਪੈ ਪਲੋਗਾ ਜਨਮ, ਬੱਚੇ ਦਾ ਜਨਮ ਹੁੰਦਾ, ਬੀਬੀਆਂ ਬੱਲੇ ਬੱਲੇ ਬੜੇ ਪਾਠ ਕਰਦੀਆਂ। ਮਹਾਰਾਜ ਪੇਟ ਨਾ ਪੜਾਉਣਾ ਪਵੇ, ਕਿਰਪਾ ਕਰੇ। ਜਨ ਵੇਲੇ ਦੀ ਪੀੜਾ ਹੋ ਜਾਣੀ, ਬੱਚਾ ਨਾ ਜਨਮ ਨਾ ਕੋਈ ਇਸ ਤਰ੍ਹਾਂ। ਜਾਤੀ ਤੇ ਜਿਵੇਂ ਸਾਡੀ ਖਾਲਸੇ ਪਾਉਂਦੀ, ਬੱਲੇ ਬੱਲੇ ਕੀ ਹਾਲਾਤ ਹੈ, ਕੀ ਬਣ ਰਿਹਾ। ਜਾਤੀ ਤੇ ਪੈ ਅੰਨ ਰੱਖਿਆ, ਜਿੱਥੇ ਕੋਈ ਰੱਖਕ ਹੋਏ ਨਾ, ਮਾਤ ਪਿਤਾ ਨੇ ਕੀ ਰੱਖਿਆ ਕਰਨੀ। ਉੱਥੇ ਦਾ ਡਰ ਅਕਸ ਮਾਤਰ, ਉਹ ਛੇੜ ਵਗੈਰਾ, ਉਹ ਸੱਪ ਆ ਪਿਆ, ਉਹ ਐਕਸੀਡੈਂਟ ਹੋ ਗਿਆ। ਇਹ 7 ਤਰ੍ਹਾਂ ਦਾ ਡਰ ਹੈ। ਇਹ ਡਰ ਨੂੰ ਨਾ ਮੇੜਦਾ, ਗੁਰਬਾਣੀ ਮੇੜਦੀ ਹੈ। ਨਿਰਭਉ ਜਪੈ ਸਰ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਇਕ ਰਾਮ ਨਾਮ ਆਧਾਰਾ। ਮਹਾਰਾਜ ਆਪ ਕਹਿੰਦੇ ਗੁਰਮੁਖਾਂ ਪਿਆਰਿਆਂ ਨੇ ਜਿਹੜੇ ਨਿਡਰ ਹੋਏ ਆ, ਉਹਨਾਂ ਦਾ ਰਾਮ ਨਾਮ ਦਾ ਆਸਰਾ ਲਿਆ। ਰਾਮ ਨਾਮ ਦਾ ਆਸਰਾ ਬਹੁਤ ਵੱਡਾ ਹੈ। ਜਿਵੇਂ ਕੋਈ ਬਾਦਸ਼ਾਹ ਹੈ, ਜਵਾਕ ਜਲਾ ਹੁੰਦਾ ਹੀ ਨਹੀਂ, ਜੋਤਿਆਂ ਨੂੰ ਪੁੱਛ ਬੈਠਿਆ, ਉਹ ਕਹਿੰਦੇ ਕੋਈ ਖੁਸ਼ ਹੋ ਕੇ ਤੈਨੂੰ ਆਪਦਾ ਮੁੰਡਾ ਦੇਵੇ, ਬੜੀ ਦੇ ਦੇਵੀ ਦੀ, ਫਿਰ ਤੇਰੇ ਘਰ ਹੋ ਸਕਦਾ। ਉਹਨਾਂ ਲੌਸਮੈਂਟਾਂ ਬਣਦੀਆਂ, ਬੜਾ ਕੁਝ। ਇੱਕ ਸਾਹੂਕਾਰ ਜਿਹਾ ਹੈ, ਕੋਈ ਡੱਗੀ, ਕੋਈ ਦੁਕਾਨ 'ਤੇ ਕੰਮ ਕਰਦੇ, ਇੱਕ ਸਾਧ-ਸੰਗੀ ਸੀ। ਸਾਧ-ਸੰਗਤ ਨੂੰ ਕੋਈ ਤਾਂ ਕਦਰ ਕਰਦੇ ਵੀ ਸਾਡਾ ਬੱਚਾ ਸੰਗਤ ਕਰਦਾ, ਬੜੇ ਖੁਸ਼ ਹੁੰਦੇ। ਕਈ ਬੜੇ ਕਠੋਰ ਜੇ, ਤਰਕਵਾਦੀ ਜੇ, ਇਹ ਕਹਿੰਦੇ ਇਹ ਫਾਲਤੂ ਹੈ, ਮੂੰਹ ਮੰਗੇ ਪੈਸੇ ਲੈ ਲਏ, ਮੁੰਡਾ ਦੇਤਾ ਰਾਜੇ ਨੂੰ, ਮੌਤ ਤੇ ਕਿਹੜਾ ਨਹੀਂ ਡਰਦਾ। ਸਾਰੀ ਰਾਤ ਮੁੰਡਾ ਝਾਕਦਾ ਰਿਹਾ, ਨੀਂਦ ਕੀ ਪੈਣੀ ਸੀ, ਮੌਤ ਦਾ ਸਵਾਲ ਹੈ। ਸਵੇਰੇ ਕੱਢਿਆ, ਮੁੰਡੇ ਨੇ 4 ਛੋਟੇ ਢੇਰੀਆਂ ਬਣਾ ਲਈਆਂ। ਢੇਰੀਆਂ ਬਣਾ ਕੇ ਕਿਤੇ ਇਹਨੂੰ ਲੈ ਜਾਣ ਵਾਸਤੇ ਵੀ ਦੇਵੀ ਦੀ ਭੇਟਾ ਦਈ ਹੈ। ਰਾਜਾ ਵਜ਼ੀਰ ਕਰ ਘੋੜੇ ਖੜ੍ਹੇ ਸੀਗੇ ਫੌਜੀ, ਉਹ ਕਹਿੰਦੇ ਰਾਜਾ ਪੜੋਸ ਕੇ ਕਹਿੰਦੇ ਬੇਟਾ ਆਹ ਢੇਰੀਆਂ ਬਣਾ ਕੇ ਰੋਂਦਾ ਹੈ, ਸੋਚਦਾ ਹੈ, ਢਾਂਦਾ ਹੈ, ਇਹ ਕੀ ਕਾਰਨ ਹੈ। ਕਹਿੰਦੇ ਤੂੰ ਨਾ ਗੱਲ ਪੁੱਛ, ਤੂੰ ਆਪਣਾ ਮਸਲਾ ਹੱਲ ਕਰ, ਭੇਟਾ ਦੇ ਲੈ। ਉਹ ਨਾ ਦਾਤਾਂ ਸਹੀ। ਕਹਿੰਦੇ ਰਜਾਨ ਹਰ ਪੁਰਾਣੀ ਮਾਤਰ ਦੀ 4 ਟੇਕਾਂ ਹੁੰਦੀਆਂ। ਪਹਿਲਾਂ ਤਾਂ ਮਾਂ ਪਿਓ ਦੀ ਕਿੰਨਾ ਹੀ ਦੋਸ਼ੀ ਜਾ ਹੋਵੇ, ਫਸੇ ਨੂੰ ਮਾਂ ਪਿਓ ਛਡਾਉਂਦੇ ਆ। ਮਾਂ ਪਿਓ ਦੀ ਢੇਰੀ ਬਣਾਈ ਸੀ ਵੀ ਲਾੜ ਵਿੱਚ ਆ ਕੇ ਸ਼ਾਇਦ ਹੁਣ ਵੀ ਕਹਿਣ ਵੀ ਅਸੀਂ ਨਹੀਂ ਮੁੰਡਾ ਦੇਣਾ, ਪੈਸੇ ਮੋੜ ਦੇ। ਉਹ ਆਏ ਨਹੀਂ, ਮੈਂ ਢੇਰੀ ਢਾਤੀ ਮਾਂ ਪਿਓ ਦੀ। ਦੂਜੀ ਹੁੰਦੀ ਰਾਜ ਦੇ ਰਾਜ ਪ੍ਰਬੰਧ ਰਹਿੰਦੇ, ਤੂੰ ਤਾਂ ਮੇਰੀ ਭੇਟਾ ਦੇਣ ਲੱਗਿਆ, ਤੇਰੀ ਢੇਰੀ ਢਾਤੀ। ਤੀਜਾ ਦੇਵੀ ਦੇਵਤੇ ਹੁੰਦੇ, ਉਹਨਾਂ ਤੋਂ ਭੇਟਾ ਲੈਣੀ ਹੈ, ਉਹਦੀ ਢੇਰੀ ਢਾਤੀ। ਚੌਥੀ ਪਰਮਾਤਮਾ ਦੀ ਹੈ,
ਹੋ ਸਕਦਾ ਮੇਰੀ ਰੱਖਿਆ ਕਰੋ। ਸੁਣ ਕੇ ਰਾਜਾ ਕਹਿੰਦੇ ਬੱਲੇ ਬੱਲੇ, ਇਹਨਾਂ ਪਰਮਾਨੰਦ ਨੂੰ ਕੀ ਵਿਚਾਰ ਵਾਲਾ ਬੱਚਾ, ਜੇ ਇਸ ਨੂੰ ਬੋਲੀ ਦੇ ਤਾਂ ਸ਼ਰਾਬ ਪੈ ਜਾਓ, ਭਲੇਖਾ ਹੀ ਖਬਰਾਂ ਹੋਣਾ। ਲੋਕ ਉਸੇ ਬੱਚੇ ਨੂੰ ਬੜਾ ਪੜ੍ਹਾਇਆ, ਪਾਤਸ਼ਾਹੀ ਚੱਕ ਕੇ ਬਣਾ ਕੇ ਰਾਤ ਦੇ ਬਿਠਾ ਲਿਆ ਸੀ। ਰੱਬ ਦੇ ਰਾਮ ਦੇ ਆਸਰੇ ਰਹਿਣ ਵਾਲੇ ਨੂੰ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ। ਗੁਰੂ ਦਾ ਸਫਲ ਦਰਸ਼ਨ ਹੈ, ਕਾਲ ਤੋਂ ਰਹਿਤ ਵਾਹਿਗੁਰੂ ਹੈ। ਸਫਲ ਦਰਸ਼ਨ ਹੈ, ਦਰਸ਼ਨ ਜਿੱਥੇ ਲੈਣ ਵਜੋਗਾ ਜੀਓ। ਇਹ ਮੈਂ ਸੰਡੋਰੇ ਇੱਕ ਮੁਸਲਮਾਨ ਕੁਰਾਨ ਸ਼ਰੀਫ ਮੁਤਾਬਕ ਉਹਨਾਂ ਚਿਰਸਾ ਕੱਢਿਆ, ਕੁਝ ਬਣਿਆ ਹੀ ਨਹੀਂ। ਫਿਰ ਉਹਨੇ 8 ਵਰੇ ਪੁਰਾਣਾ ਮੁਤਾਬਕ ਉਹ ਬਣਿਆ ਨਹੀਂ। ਹਰ ਦਰਿਆ ਵਿੱਚ ਡੁੱਬਣ ਦੇ ਲਗਾ। ਬਜ਼ੁਰਗ ਸੀ ਸਿੰਘ ਹੋਇਆ, ਕਹਿੰਦੇ ਹਾਂ ਕਰ ਵੀ ਯੁੱਗ ਦਾ ਦੱਸਣ ਤੋਂ ਗੁਰੂ ਨਾਨਕ ਦੇਵ ਦਾ ਯੁੱਗ ਹੈ। ਮੇਰੇ ਆਖੇ ਲੱਗ ਮੂਲ ਮੰਤਰ ਦਾ 40 ਦਿਨ ਜਾਪ ਕਰ ਲੈ। ਆਖੇ ਲੱਗ ਗਿਆ। ਪੈਂਦੇ ਵਿਰਤੀ ਠੀਕ ਹੋਣ ਤੇ 40 ਗੁਰੂ ਨਾਨਕ ਦੇਵ ਪ੍ਰਗਟ ਹੋ ਗਏ। ਮਹਾਰਾਜ ਕਹਿੰਦੇ ਕਿ ਦੱਸ ਮੁਹੰਮਦ ਦੇ ਦਰਸ਼ਨ ਕਰਨੇ ਕ੍ਰਿਸ਼ਨ ਦੇ ਕੀਤੇ। ਉਹ ਮਹਾਰਾਜ ਵੈ ਤੁਹਾਡੇ ਦਰਸ਼ਨ ਹੋ ਗਏ। ਉਹ ਕਹਿਣ ਲੱਗ ਗਈਆਂ, ਕਹਿੰਦੇ ਇਉਂ ਕਰਿਆ ਕਰ, ਲੰਗਰ ਚਲਾਇਆ ਕਰ। ਉਸ ਸੰਢੋਰੇ ਵਿੱਚ ਨਾ ਲੰਗਰ ਚਲਾ ਰਿਹਾ ਸੀਗਾ ਬਾਬਾ ਖੜਕੇ ਕਾਰ ਸੇਵਾ ਵਾਲੇ, ਉੱਥੇ ਵਿਚਰੇ ਸਨ। ਕਹਿੰਦੇ ਮੁਸਲਮਾਨ ਤਾਂ ਲੰਗਰ ਚਲਾਉਂਦੇ ਨਹੀਂ ਹੁੰਦੇ, ਤੂੰ ਕਹਿੰਦੇ ਮੇਰੇ ਉੱਤੇ ਗੁਰੂ ਨਾਨਕ ਦੀ ਕਿਰਪਾ। ਉਹਨਾਂ ਨੇ ਆਖਿਆ ਇਉਂ ਮਹਾਰਾਜ ਦਾ ਸਫਲਾ ਦਰਸ਼ਨ ਹੈ ਭੀ ਹੋਵਨ ਹਾਰਾ। ਪਿਛਾਂ ਵੀ ਹੁਣ ਵੀ ਅੱਗੇ ਨੂੰ ਤਰੀਕਾ ਸੱਚੇ ਹਨ। ਪਿਛਾਂ ਵੀ ਸਤਿਸਰੂਪ ਸੀ, ਹੁਣ ਵੀ ਅੱਗੇ ਨੂੰ ਵੀ ਆਉਣ ਵਾਲੇ ਹਨ। ਕੰਠ ਅਕਾਲ ਪੁਰਖ ਕੰਠ ਲਗਾਏ ਆਪਣੇ ਜਨ ਰਾਖੇ। ਜਿਵੇਂ ਬੱਚੇ ਨੂੰ ਗਲੇ ਨਾਲ ਲਾਉਂਦੀ ਹੈ, ਜਿਵੇਂ ਸ਼ੇਰ ਨਹੀਂ ਜੰਗਲ ਨੂੰ ਅੱਗ ਲੱਗਣ ਤੋਂ ਪਾਣੀ ਦੇ ਕੰਢੇ ਲੈ ਜਾਂਦੇ ਚੁੱਕੇ। ਕੰਠ ਗਲੇ ਨਾਲ ਲਾ ਕੇ ਸਰਗੁਣ ਰੂਪ ਵਿੱਚ ਆਪੇ ਇਹਦੇ ਚ ਮੇਲੇ ਨਾ ਇੱਕ ਰੂਪ ਕਰਨਾ। ਆਪਣੇ ਪਿਆਰਾਂ ਨੂੰ ਰੱਖਿਆ ਕਰਦੇ ਮਹਾਰਾਜ। ਆਪਣੀ ਪ੍ਰੀਤ ਪਿਆਰਾ ਆਪਣੇ ਪ੍ਰੀਤੀ ਦਾ ਪਿਆਰ ਲਾ ਕੇ, ਆਪਣੇ ਪ੍ਰੀਤੀ ਦਾ ਪਿਆਰ ਬਖਸ਼ ਕੇ। ਵੱਡੀ ਵਡਿਆਈ ਅਚਰਜ ਸੋਭਾ। ਕਾਰਜ ਦੀ ਵੱਡੀ ਵਡਿਆਈ ਇੱਥੇ ਵੀ ਅਚਰਜ ਸੋਭਾ ਹੈ। ਕਾਰਜ ਆਇਆ ਰਾਸੇ। ਗੁਰਮੁਖਾਂ ਦੇ ਕਾਰਜ ਰਾਸ ਹੋਏ। ਭਾਈ ਹੋਤੀ ਮਰਦਾਨਾ ਦੇ ਕਰਮ ਸਿੰਘ ਦਾ ਪਹਿਰਾ ਦਿੱਤਾ, ਆਪ ਪਹਿਰੇਦਾਰ ਹੋ ਕੇ ਪਰਮਾਤਮਾ ਨੇ। ਨਾਨਕ ਕਉ ਗੁਰ ਪੂਰਾ ਭੇਟਿਓ। ਮਹਾਰਾਜ ਕਹਿੰਦੇ ਸਾਨੂੰ ਤਾਂ ਪੂਰੇ ਬ੍ਰਹਮ ਨੇਟੀ ਬ੍ਰਹਮ ਸੋਤਰੀ ਗੁਰੂ ਨਾਨਕ ਦੇਵ ਗੁਰੂ ਰਾਮਦਾਸ ਜੀ ਪ੍ਰਾਪਤ ਹੋ ਗਏ। ਗੁਰਮਤਿ ਅਨੁਸਾਰ ਸਗਲੇ ਦੁਖ ਬਿਨਾਸੇ। ਬਾਲਕ ਬਾਤਾ ਦੇ ਮਾਂ ਦੇ ਉਦਰ ਦੇ, ਜਵਾਨੀ ਦੇ, ਬੁਢੇਪੇ ਦੇ, ਮੌਤ ਦੇ, ਪਰਲੋਕ ਦੇ ਸਾਰੇ ਦੁੱਖ ਅਗਿਆਨੀਆਂ ਨਾਸ ਹੋ ਗਏ। ਸੋ ਸਮਾਂ ਸੋਹਣੇ ਤੇ ਸਮਾਧੀ ਉਹਨਾਂ ਦੇ ਮਹਾਰਾਜ ਸਾਨੂੰ ਸਮਾਧ ਵਾਸਤੇ ਬੜਾ ਔਖਾ। ਉਹਨਾਂ ਦੇ ਜਿਹੜੇ ਨਾਕਸ ਕਦਮ ਹਨ, ਉਹਨਾਂ ਦੇ ਕਾਲ ਨਾਲ ਕਮਾਈ ਅਮਲ ਕੀਤੇ ਹਨ, ਕੋਈ ਕਹਿ ਨਹੀਂ ਸਕਦਾ। ਭਾਵੇਂ ਸਾਰੀ ਉਮਰ ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਵਡਿਆਈ ਵਰਨ ਕਰੀਏ। ਪਰ ਆਈ ਸੰਗਤ ਦਾ ਧੰਨਵਾਦ। ਲੰਗਰ ਪਾਣੀ ਤਿਆਰ ਹੈ, ਪ੍ਰੇਮ ਨਾਲ ਛਕੋ। ਛਬੀਲ ਵੀ ਚੱਲ ਰਹੀ ਹੈ, ਛਬੀਲ ਵਾਲੇ ਪਾਸੇ ਠੰਡੇ ਛਬੀਲਾਂ ਛਕੋ, ਲੰਗਰ ਛਕੋ, ਸਾਰਾ ਕੁਝ ਤਿਆਰ ਹੈ। ਆਈ ਸੰਗਤ ਤੁਹਾਡੇ ਤੇ ਧੰਨਵਾਦ। ਦੇਵ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ